जिन्हें आप जी नूं सतगुरां दी पावन पवित्र गुरबाणी दा कीर्तन सरवण करवाया। गुरु कृपा करे इसे तरह होर चढ़दी कला बख्शे जी। आओ हुण मैं बेनती करांगा अति सत्कारयोग भाई साहब भाई पिंदरपाल सिंह जी, वो आप संगत नूं गुरमत विचारां दे नाल जुड़नगे। आप जी ने इसे तरह निरंतर जितना समा दीवाना की समाप्ति नहीं हुंदी, बैठने की कृपालता करनी है। इन्हां तो बाद भाई गुरबाज सिंह जी गुलशन उन्होंने अपनी एक कविता पढ़नी है। उपरंत सत्कारयोग भाई साहब भाई तरलोचन सिंह जी भमद्दी, तिन्हां दा ढाडी जत्था पहुंच चुकिया है। उन्हां भी आप जी के दर्शन दीदारे करने हैं। संगत के चरणों में बेनती है कि 21/2/21 नूं पिंड रतक विखे संत बाबा दलील सिंह जी महाराज शाहबाद वाले उन्हां दी सालाना याद विच दीवान सजने हैं। समा सवेरे 10 तो 3 बजे तक है। जो इलाके दीआं संगतां नूं बेनती है कि उत्थे भी आप जी ने हाज़री भरनी है। एक बेनती होर है, नीफा NGO वालों जो 23 मार्च नूं शहीद भगत सिंह दे जन्म दिहाड़े ते वो एक बहुत वड्डी कैंपेन ब्लड डोनेशन की चला रहे हैं। अपने इलाके विच भी संध जलवाने सालवन इन्हां इलाकिਆਂ विच पूरे भारत विच चलनी है। 23 मार्च नूं जिन्हां भी दानी वीरां भैणां ने खूनदान करना होवे, बाहर उस संस्था का बैनर लगा है, आप जी संपर्क कर सकते हो। आओ प्यार सहित गुरमत विचारां दे नाल जुड़िए जी। अति सत्कारयोग भाई साहब भाई पिंदरपाल सिंह जी। वाहिगुरू जी का खालसा वाहिगुरू जी की फतेह। सतनाम धन वाखे गुरु साहिब जियो। अब मैं कौन उपाय करूं, जेह विद मन को संसा चूकै, पवनिद पार परों। जन्म पाए कछ भलो ना कीनो, तांते अधिक डरों। मन बच क्रम हर गुण नहीं गाए, यह जी सोच तरों। गुरमत सुन कछ ज्ञान न उपजयो, पस ज्यों उदर भरों। कहो नानक प्रभ बिरद पछानो, तब हाँ पतत तरों। गुरमत सुन कछ ज्ञान न उपजयो, पस ज्यों उदर भरों। कहो नानक प्रभ बिरद पछानो, तब हों पतत तारों। दंडोत बंदन अनिक बार, सर्व कला समरथ। डोलन ते राखो हो प्रभु, नानक दे कर हथ। परम सम्मान योग चवर शतर तखत दे मालिक, जुगो जुग अटल, साहिब श्री गुरु
ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਉਹਨਾਂ ਵੱਲੋਂ ਸਾਲਾਨਾ ਗੁਰਮਤਿ ਸਮਾਗਮਾਂ ਦੀ ਆਰੰਭਤਾ ਕੀਤੀ ਗਈ, ਜੋ ਹਰ ਸਾਲ ਨਿਰੰਤਰ ਸਮੂਹ ਨਗਰ ਦੀ ਸੰਗਤ ਦੇ ਪੂਰਨ ਸਹਿਯੋਗ ਨਾਲ, ਪੂਰੇ ਇਲਾਕੇ ਦੀ ਸੰਗਤ ਦੇ ਭਰਵੇਂ ਸਹਿਯੋਗ ਨਾਲ ਚੜ੍ਹਦੀ ਕਲਾ ਵਿੱਚ ਆਯੋਜਿਤ ਕੀਤੇ ਜਾਂਦੇ ਨੇ। ਇਸ ਵਰੇ ਦੇ ਦੀਵਾਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਨੇ। ਅੰਮ੍ਰਿਤ ਵੇਲੇ 2 ਘੰਟੇ ਦੇ ਕਰੀਬ ਨਾਮ ਸਿਮਰਨ ਅਭਿਆਸ ਅਰਦਾਸ ਹੁਕਮ ਦੀ ਵਿਚਾਰ ਇਹ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜੇ ਔਰ ਸੁਬਹ ਤੋਂ ਆਪ ਜੀ ਨਿਰੰਤਰ ਗੁਰਬਾਣੀ ਕੀਰਤਨ ਸ਼ਬਦ ਕੀਰਤਨ ਸਰਵਣ ਕਰ ਰਹੇ ਹੋ। ਅੱਜ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਜੋ ਹੁਕਮਨਾਮਾ ਸਾਨੂੰ ਬਖਸ਼ਿਸ਼ ਕੀਤਾ, ਉਹ ਸੋਰਠ ਰਾਗ ਦੀ ਅਸ਼ਟਪਦੀ ਹੈ। ਉਹ ਸ਼ਬਦ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਆਹੰਗ ਬੁੱਧ ਬਾਧੇ। ਰਹਾਉ ਦੀਆਂ ਪਹਿਲੀਆਂ 2 ਤੁਕਾਂ ਨੇ ਪਿਆਰੇ, ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ, ਬੁੱਧ ਵਿਵੇਕਾ। ਇਸ ਅਸ਼ਟਪਦੀ ਵਿੱਚ ਮੈਂ ਸੁਬਹ ਵੀ ਕਿਹਾ, ਸਾਰੇ ਕਰਮਾਂ ਦਾ ਜ਼ਿਕਰ ਕੀਤਾ ਗਿਆ। ਵੇਦਾਂ ਦਾ ਪਾਠ, ਵੇਦਾਂ ਦੀ ਕਥਾ, ਜੋਗੀਆਂ ਦੇ ਕਰਮ, ਉਸ ਤੋਂ ਇਲਾਵਾ ਤੀਰਥਾਂ ਦਾ ਰਟਨ, ਆਰੇ ਨਾਲ ਆਪਣੇ ਆਪ ਨੂੰ ਚਿਰਵਾ ਲੈਣਾ, ਰਾਜਿਆਂ ਦੀਆਂ ਲੀਲਾਵਾਂ, ਮੰਦਰ ਵਿੱਚ ਅਰਚਨਾ ਪੂਜਾ ਦਾ ਜ਼ਿਕਰ, ਸਭ ਦੀ ਗੱਲ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਆ ਕਿ ਸਾਰਿਆਂ ਤੋਂ ਸ਼੍ਰੋਮਣੀ ਕਰਮ ਇਹ ਵੇ ਕਿ ਪਾਰ ਬ੍ਰਹਮ ਪਰਮੇਸ਼ਵਰ ਦਾ ਕੀਰਤਨ ਕਰਨਾ। ਉਥੇ ਬਚਨ ਨੇ, ਹਰ ਕੀਰਤ ਸਾਧ ਸੰਗਤ ਕੈ, ਸਿਰ ਕਰਮਨ ਕੈ ਕਰਮਾ, ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਅਗਲੀਆਂ ਰਹਾਉ ਦੀਆਂ ਤੁਕਾਂ ਨੇ, ਤੇਰੋ ਸੇਵਕ ਏ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ। ਮੈਂ ਤਾਂ ਇਹ ਬੇਨਤੀ ਕੀਤੀ, ਜਿੰਨੇ ਵੀ ਧਰਮ ਦੇ ਕਰਮ ਕੋਈ ਕਰਦਾ ਹੈ, ਦਾਨ ਪੁੰਨ ਪੂਜਾ ਪਾਠ ਜੋ ਕੁਝ ਵੀ ਕਰਦਾ ਹੈ, ਗੁਰੂ ਅਰਜਨ ਦੇਵ ਕਹਿੰਦਾ ਕੀਰਤਨ ਤੋਂ ਵੱਡਾ ਕੋਈ ਕਰਮ ਹੀ ਨਹੀਂ। ਸੱਚ ਇਹ ਵੇ, ਕੀਰਤਨ ਜਮਾਂ ਦੀਆਂ ਫਾਈਆਂ ਕੱਟ ਦਿੰਦਾ। ਮਹਾਰਾਜ ਕਹਿੰਦੇ ਆ, ਕੀਰਤਨ ਜਨਮ ਮਰਨ ਤੋਂ ਮੁਕਤ ਕਰ ਦਿੰਦਾ ਹੈ। ਕੀਰਤਨ ਵਿੱਚ ਗੁਰੂ ਨਾਨਕ ਸਾਹਿਬ ਦਾ ਆਪਣਾ ਨਿਵਾਸ ਹੈ। ਜਦੋਂ ਅਸੀਂ ਪਾਠ ਕਰਨੇ ਆ, ਹਰ ਦਿਨ ਰਹਿਣ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ। ਮਹਾਰਾਜ ਕਹਿੰਦੇ ਆ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਲੋਕ ਸਵਰਗ ਦੀ ਗੱਲ ਕਰਦੇ ਆ, ਪਰ ਬਾਬਾ ਜੀ ਕਹਿੰਦੇ ਆ, ਤਾਹਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੇ। ਮੈਂ ਤਾਂ ਬੇਨਤੀ ਇਸ ਕਰਕੇ ਕੀਤੀ, ਮੈਨੂੰ ਪਤਾ ਹੈ ਕਥਾ ਵਿਚਾਰ ਢਾਡੀ ਕਵਿਤਾ ਆਪ ਜਲਦੀ ਸਮਝਦੇ ਹੋ, ਪਰ ਭਾਵੇਂ ਕੀਰਤਨ ਦੀ ਸਮਝ ਨਾ ਵੀ ਪਏ,
ਧਿਆਨ ਨਾਲ ਕੀਰਤਨ ਸੁਣ ਕੇ ਅੰਦਰ ਅੰਦਰ ਨਾਮ ਜਪੀ ਜੋ ਪਿਆਰਿਓ, ਨਾ ਵੀ ਸਮਝ ਪਏ ਕੀਰਤਨ ਆਪਣਾ ਅਸਰ ਫਿਰ ਵੀ ਜ਼ਰੂਰ ਕਰੇ, ਕਿਉਂਕਿ ਇਸ ਦਾ ਇੱਕ ਕਾਰਨ ਹੈ। ਕਈ ਵਾਰੀ ਅਸੀਂ ਕਹਿੰਦੇ ਆ ਜੇ ਬਾਣੀ ਦੇ ਅਰਥ ਸਮਝਣੇ ਚਾਹੀਦੇ, ਜੇ ਨਹੀਂ ਵੀ ਸਮਝ ਤਾਂ ਵੀ ਪਾਠ ਕਰੋ ਤੇ ਕੀਰਤਨ ਸੁਣੋ, ਕਿਉਂਕਿ ਜੰਮਦੇ ਬੱਚੇ ਨੂੰ ਕੋਈ ਪਤਾ ਨਹੀਂ ਕਿ ਦੁੱਧ ਵਿੱਚ ਕਿੰਨੀ ਕੁ ਤਾਕਤ, ਕਿੰਨੀ ਕੁ ਵਿਟਾਮਿਨ ਨੇ। ਜਿਸ ਬੱਚੇ ਨੂੰ ਬੋਲਣਾ ਵੀ ਨਹੀਂ ਆਉਂਦਾ, ਦੁੱਧ ਪੀਤਿਆਂ ਉਹਦੇ ਤੇ ਦੁੱਧ ਅਸਰ ਕਰਦਾ ਹੈ। ਪਿਆਰਿਓ, ਸਮਝ ਨਾ ਵੀ ਪਏ ਤੇ ਗੁਰੂ ਦਾ ਸ਼ਬਦ ਜ਼ਰੂਰ ਸੁਣਿਆ ਕਰੋ, ਸ਼ਬਦ ਆਪਣੀ ਕਰਾਮਾਤ ਜ਼ਰੂਰ ਵਰਤਾਉਂਦਾ। ਆਪ ਜੀ ਨੇ ਕੀਰਤਨ ਸਰਵਣ ਕੀਤਾ, ਮੈਂ ਮਿੰਟ ਬਿਲਕੁਲ ਥੋੜੇ ਤੁਹਾਡੇ ਲੈਣੇ। ਸੁਬਾਹ ਤੋਂ ਆਪ ਬੈਠੇ ਹੋ, ਸੰਗਤ ਦੇ ਹੁਕਮ ਨੂੰ ਮੰਨਦਿਆਂ ਮੈਂ ਤਿੰਨੇ ਦਿਨ ਥੋੜਾ ਸਮਾਂ ਆਪ ਨਾਲ ਵਿਚਾਰ ਕੀਤੀ ਹੈ। ਆਓ ਕੁਝ ਮਿੰਟ ਆਪਾਂ ਹਾਜ਼ਰੀ ਭਰਾਂਗੇ। ਉਸ ਤੋਂ ਬਾਅਦ ਢਾਡੀ ਸਾਹਿਬ, ਕਵੀ ਸਾਹਿਬ, ਇਹਨਾਂ ਨੇ ਤੁਹਾਡੇ ਦਰਸ਼ਨ ਕਰਨੇ ਨੇ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਦਿਨ ਭਾਈ ਇੰਦਰਜੀਤ ਸਿੰਘ ਜੀ ਨੇ ਸ਼ਬਦ ਪੜਿਆ ਸੀ, ਹਰ ਜੂ ਰਾਖ ਲਿਓ ਪਤ ਮੇਰੀ। ਹੇ ਖਰੀ ਜੀ, ਪਰਮਾਤਮਾ ਦੀ ਮੇਰੀ ਇੱਜ਼ਤ, ਮੇਰੀ ਪਤ ਰੱਖ ਲਓ। ਕਿਸ ਤੋਂ ਜੀ? ਜਮ ਕੋ ਤਰਾਸ ਭਇਓ ਉਰ ਅੰਤਰ, ਮੌਤ ਦਾ ਡਰ ਮੇਰੇ ਹਿਰਦੇ ਵਿੱਚ ਵਸ ਗਿਆ। ਸ਼ਰਨ ਗਈ ਕਿਰਪਾ ਨਿਧ ਤੇਰੀ। ਪਰਮਾਤਮਾ, ਹੇ ਸੁੱਖਾਂ ਦੇ ਖਜ਼ਾਨੇ, ਕਿਰਪਾ ਨਿਧ ਦਾ ਅਰਥ ਹੁੰਦਾ ਕਿਰਪਾ ਦਾ ਖਜ਼ਾਨਾ। ਮੈਂ ਤੇਰੀ ਸ਼ਰਨ ਵਿੱਚ ਆਇਆ, ਕਿਰਪਾ ਕਰ, ਮੇਰੀ ਪਤ ਰੱਖ ਲੈ। ਮੇਰੇ ਅੰਦਰ ਜਮ ਦਾ ਤਰਾਸ, ਮੌਤ ਦਾ ਡਰ ਬੈਠ ਗਿਆ। ਕੱਲ ਮੈਂ ਆਪ ਨੂੰ ਬੇਨਤੀ ਕੀਤੀ ਸੀ ਕਿ ਇਹ ਸਾਰੇ ਸ਼ਬਦ ਸਤਿਗੁਰੂ ਸਾਨੂੰ ਸਮਝਾਉਂਦੇ ਪਏ ਨੇ। ਜਿਸ ਨੂੰ ਮੌਤ ਦਾ ਡਰ ਹੋਵੇ ਉਹ ਕਦੀ ਕਹਿ ਸਕਦਾ ਕਿ ਤੁਸੀਂ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡਾ ਰਾਹਬਰ ਗੁਰੂ ਤੇਗ ਬਹਾਦਰ ਹੈ। ਜੇ ਉਹ ਮੰਨ ਜਾਏਗਾ ਅਸੀਂ ਸਾਰੇ ਮੰਨ ਜਾਾਂਗੇ। ਇਹ ਪਤਾ ਸੀ ਕਿ ਗੁਰੂ ਤੇਗ ਬਹਾਦਰ ਸਿਰ ਤਲੀ ਤੇ ਰੱਖ ਕੇ ਦਿੱਲੀ ਨੂੰ ਜਾ ਰਿਹਾ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਅੰਦਰ ਜਮ ਦਾ ਡਰ ਹੈ। ਉਹ ਸਾਨੂੰ ਸਮਝਾਉਂਦੇ ਪਏ ਨੇ ਤੇ ਸੱਚ ਇਹ ਵੇ, ਮੌਤ ਬੜਾ ਵੱਡਾ ਡਰ ਹੈ। ਮੈਂ ਕੁਝ ਸਤਿਗੁਰੂ ਦੀ ਬਾਣੀ ਵਿੱਚੋਂ ਬੇਨਤੀਆਂ ਅੱਜ ਕਰਨੀਆਂ ਨੇ। ਗੁਰੂ ਨਾਨਕ ਸਾਹਿਬ ਨੇ ਇੱਕ ਵਾਰ ਇੱਥੇ ਮੈਂ ਕਥਾ ਚ ਕਿਹਾ ਸੀ, 4 ਦੁੱਖਾਂ ਦਾ ਜ਼ਿਕਰ ਕੀਤਾ ਆਪਣੀ ਬਾਣੀ ਚ। ਉਂਝ ਜਿਹੜੇ ਆ 3 ਦੁੱਖਾਂ ਦਾ ਜ਼ਿਕਰ ਸਾਡੇ ਸ਼ਾਸਤਰ ਕਰਦੇ। ਬਾਣੀ ਕਹਿੰਦੀ ਵੀ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁਖ ਰਾਸ। ਜਾਂ ਇੱਕ ਬਚਨ ਅਸੀਂ ਪੜ੍ਹਨੇ ਆ, ਆਦ ਵਿਆਦ ਉਪਾਦ 3 ਤਾਪ ਨੇ, 3 ਦੁੱਖ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੀ 4 ਦੁੱਖ ਮੰਨੇ ਆ। ਉਸ ਵਿੱਚ ਸਭ ਤੋਂ ਪਹਿਲਾ ਦੁੱਖ ਮੈਂ ਅਰਜ਼ ਕੀਤੀ, ਜਿਹੜੇ 3 ਤਾਪ ਨੇ ਨਾ, ਉਹਦੇ ਵਿੱਚ ਕੁਦਰਤੀ ਆਫਤਾਂ ਨੇ, ਸਰੀਰ ਨੂੰ ਲੱਗੀ ਬਿਮਾਰੀ, ਮਨ ਨੂੰ ਲੱਗੀਆਂ ਬਿਮਾਰੀਆਂ ਨੇ, ਜਿਹੜੇ ਮਨੋਰੋਗੀ ਹੋ ਜਾਂਦੇ। ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਸਭ ਤੋਂ ਪਹਿਲਾ ਜਿਹੜਾ ਦੁੱਖ ਹੈ ਉਹ ਪਰਮਾਤਮਾ ਦੇ ਨਾਮ ਦੇ ਵਿਛੋੜੇ ਦਾ ਹੈ। ਜਿੱਥੇ ਨਾਮ ਦਾ ਵਿਛੋੜਾ ਹੈ, ਜਿੱਥੇ ਵੀ ਵਿਛੋੜਾ ਪੈ ਜਾਏਗਾ ਉਹ ਦੁੱਖ ਦਾ ਰੂਪ ਹੈ, ਉਹ ਦੁੱਖ ਹੈ। ਤੇ ਮੈਂ ਅਰਜ਼ ਕਰਾਂ, ਇਕੱਲਾ ਪ੍ਰਭੂ ਭੁੱਲਣਾ ਹੀ ਨਹੀਂ, ਜਿਹੜੀ ਚੀਜ਼ ਆਪਣੇ ਮਰਕਜ਼ ਤੋਂ, ਆਪਣੇ ਧੁਰੇ ਤੋਂ ਵਿਛੜ ਜਾਏਗੀ ਨਾ, ਉਹਦੇ ਪੱਲੇ ਦੁੱਖ ਹੀ ਪੈਣਾ, ਸੁੱਖ ਕਦੀ ਨਹੀਂ ਪੈ ਸਕਦਾ। ਸਿੱਧੀ ਜੀ ਗੱਲ ਕਿ ਦਰਿਆ ਜਾਂ ਨਹਿਰ ਪਾਣੀ ਦੀ ਭਰ ਕੇ ਵਗੇ, ਪਾਣੀ ਬਿਲਕੁਲ ਸਾਫ਼ ਹੈ ਦਰਿਆ ਦਾ, ਨਹਿਰ ਦਾ, ਤੇ ਜੇ ਕਿਤੇ ਉਛਲ ਕੇ ਪਾਣੀ ਦਰਿਆ ਤੋਂ ਟੁੱਟ ਕੇ ਛੱਪੜ ਵਿੱਚ ਪੈ ਜਾਏ, ਪਾਣੀ ਤਾਂ ਰਹੇਗਾ, ਪਰ ਜਿਹੜਾ ਦਰਿਆ ਤੋਂ ਟੁੱਟ ਗਿਆ, ਦਿਨ ਬ ਦਿਨ ਉਹਦੇ ਵਿੱਚ ਬਦਬੂ ਪੈਣੀ ਸ਼ੁਰੂ ਹੋ ਜਾਏ, ਉਸ ਵਿੱਚ ਕੀੜੇ ਪੈ ਜਾਣਗੇ। ਸਭ ਤੋਂ ਪਹਿਲਾ ਦੁੱਖ ਵਿਛੋੜੇ ਦਾ ਹੈ। ਦੂਜਾ ਦੁੱਖ ਮਨ ਦੀ ਭੁੱਖ ਦਾ ਹੈ, ਇਹ ਕਦੀ ਰੱਜਦਾ ਨਹੀਂ। ਫਿਰ ਬੇਨਤੀ ਮੈਂ ਕਰਾਂ, ਇਹ ਕੇਵਲ ਤਨ ਦੀ ਨਹੀਂ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਤੀਜਾ ਦੁੱਖ ਹੈ ਮੌਤ ਦਾ, ਇੱਕ ਦੁੱਖ ਜਗਤ ਵਾਰ ਜਮਦੂਤ, ਤੇ ਚੌਥਾ ਦੁੱਖ ਹੈ ਤਨ ਨੂੰ ਰੋਗ ਲੱਗ ਜਾਣਾ। ਇੱਕ ਦੁੱਖ ਰੋਗ ਲੱਗਿਆ ਤਨ ਤਾਂ ਹੈ,
ਮੌਤ ਦਾ ਦੁੱਖ ਕਿਸ ਨੂੰ ਨਹੀਂ। ਮੈਂ ਜਦੋਂ ਅਸੀਂ ਪਾਠ ਕਰਨੇ ਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਤਾਂ ਇੱਥੋਂ ਤੱਕ ਸ਼ਬਦ ਕਹਿੰਦੇ ਆ ਕਿ ਐ ਮਨਾ ਤੂੰ ਕਿਉਂ ਨਹੀਂ ਸਮਝਦਾ, ਤੇਰੇ ਸਿਰ ਦੇ ਜੂੜੇ ਨੂੰ, ਵਾਲਾਂ ਦੇ ਜੂੜੇ ਨੂੰ ਮੌਤ ਨੇ ਘੁੱਟ ਕੇ ਪਕੜਿਆ ਹੈ। ਜਿਹਦਾ ਜੂੜਾ ਮੌਤ ਦੇ ਹੱਥ ਵਿੱਚ ਹੋਵੇ ਉਹਨੂੰ ਸਮਝ ਜਾਣਾ ਚਾਹੀਦਾ। ਇੱਕ ਬਚਨ ਹੈ ਹਜ਼ੂਰ ਦਾ ਜਿਹੜਾ ਸ਼ਬਦ ਹੈ ਇਹ ਰੇਖਤਾ ਵਿੱਚ ਫਾਰਸੀ ਵਿੱਚ ਅਸੀਂ ਕਹਿੰਦੇ ਆ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਉਹਦੇ ਵਿੱਚ ਬਚਨ ਹੈ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਇਹ ਸੰਸਾਰ ਫਾਨੀ ਹੈ, ਇਹਨੇ ਖਤਮ ਹੋਣਾ ਹੈ। ਤੇ ਜਿੱਥੇ ਅਸੀਂ ਬੈਠੇ ਆ, ਸਾਡਾ ਪਿੰਡ ਵੀ ਟਿੱਬੇ ਤੇ ਸੀ, ਪਤਾ ਨਹੀਂ ਕਿੰਨੇ ਕੁ ਲੋਕ ਉੱਥੇ ਫਨਾ ਹੋ ਕੇ ਚਲੇ ਗਏ। ਦੁਨੀਆ ਮੁਕਾਮੇ ਫਾਨੀ ਤਹਿਕੀਕ, ਇਹ ਲਫ਼ਜ਼ ਹੈ ਤਹਿਕੀਕਾਤ, ਪੜਚੋਲ ਕਰਨੀ, ਨਿਰੀਖਣ ਕਰਨਾ। ਕਹਿੰਦੇ ਉਹ ਮੇਰੇ ਦਿਲਾ ਤੂੰ ਚੰਗੀ ਤਰ੍ਹਾਂ ਤਹਿਕੀਕਾਤ ਕਰ ਲੈ, ਪੜਚੋਲ ਕਰ ਲੈ, ਨਿਰੀਖਣ ਕਰ ਲੈ। ਜ਼ਿਆਦਾ ਦੂਰ ਨਹੀਂ, ਆਪਣੇ ਘਰ ਦੇ ਜੀਆਂ ਤੋਂ ਪੁੱਛ ਲੈ, ਬਜ਼ੁਰਗਾਂ ਤੋਂ, ਉਹਨਾਂ ਦੇ ਬਜ਼ੁਰਗ ਕਿੱਥੇ ਚਲੇ ਗਏ। ਤਹਿਕੀਕ ਦਿਲਦਾਨੀ। ਅਗਲੀ ਗੱਲ ਮਮਸਰ ਮੂਵੇ ਅਜ਼ਰਾਈਲ ਗ੍ਰਿਫਤ ਹੈ। ਆਪ ਸਭ ਨੂੰ ਪਤਾ ਹੈ ਕਿ ਫਾਰਸੀ ਵਿੱਚ ਜਿਹੜਾ ਮੂਵੇ ਸ਼ਬਦ ਹੈ, ਅਸੀਂ ਪੰਜਾਬੀ ਚ ਜਾਂ ਹਿੰਦੀ ਚ ਕਹਾਂਗੇ ਮੂਵੇ ਦਾ ਅਰਥ ਮਰ ਗਿਆ, ਪਰ ਫਾਰਸੀ ਵਿੱਚ ਮੂਵੇ ਦਾ ਅਰਥ ਹੁੰਦਾ ਕੇਸ਼, ਵਾਲ। ਤੇ ਪੰਜਾਬੀ ਵਿੱਚ ਮੈਂ ਕੱਲ ਪਰਸੋਂ ਕਿਹਾ ਜਿੰਨੀ ਦੇਰ ਤੱਕ ਅਸੀਂ ਫਾਰਸੀ ਦੇ ਬੇਸਿਕ ਗੱਲਾਂ ਨਹੀਂ ਸਮਝਦੇ, ਅਰਥ ਨਹੀਂ ਗੁਰਬਾਣੀ ਦੇ ਕਰ ਸਕਦੇ। ਆ ਸਰਦਾਰ ਸ਼ਬਦ ਵੀ ਫਾਰਸੀ ਦਾ ਹੈ, ਆ ਦਸਤਾਰ ਸ਼ਬਦ ਵੀ ਫਾਰਸੀ ਦਾ ਹੈ, ਜਿਹਨੂੰ ਸਾਹਿਬ ਕਹਿੰਦੇ ਹੋ ਸਾਹਿਬ ਸ਼ਬਦ ਵੀ ਫਾਰਸੀ ਦਾ ਹੈ, ਜਿਹੜਾ ਦੀਵਾਨ ਕਹਿੰਦੇ ਹੋ ਲੱਗਾ ਦੀਵਾਨ ਸ਼ਬਦ ਵੀ ਫਾਰਸੀ ਦਾ, ਜਿਹਨੂੰ ਦਰਬਾਰ ਕਹਿੰਦੇ ਹੋ ਦਰਬਾਰ ਸ਼ਬਦ ਵੀ ਫਾਰਸੀ ਦਾ, ਜਿਹਨੂੰ ਤਖਤ ਕਹਿੰਦੇ ਹੋ ਤਖਤ ਸ਼ਬਦ ਵੀ ਫਾਰਸੀ ਦਾ। ਕਿਉਂਕਿ ਫਾਰਸੀ ਤੋਂ ਆਪਾਂ ਸਾਡੀ ਸ਼ਬਦਾਵਲੀ ਵਿੱਚ ਜ਼ਿਆਦਾ ਫਾਰਸੀ ਸਾਨੂੰ ਮਿਲਦੀ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਮਮਸਰ ਮੂਵੇ ਅਜ਼ਰਾਈਲ ਗ੍ਰਿਫਤ ਹੈ, ਮੇਰੇ ਸਿਰ ਦੇ ਵਾਲਾਂ ਨੂੰ ਮੌਤ ਨੇ ਪਕੜਿਆ ਹੈ। ਦਿਲ ਖੇਤ ਨਾਦਾਨੀ, ਉਹ ਦਿਲਾ ਤੈਨੂੰ ਸਮਝ ਨਹੀਂ ਪੈ ਰਹੀ। ਮੇਰੇ ਕਹਿਣ ਤੋਂ ਮੁਰਾਦ ਮੌਤ ਤਾਂ ਚੇਤੇ ਕਰਾ ਰਹੇ ਨੇ ਕਿ ਇਹਦਾ ਮਤਲਬ ਇਹ ਨਹੀਂ ਕਿ ਉਹ ਮੌਤ ਤੋਂ ਡਰੇ ਹੋਏ ਆ। ਉਹ ਸਾਨੂੰ ਸਮਝਾਉਂਦੇ ਆ ਮੌਤ ਦੇ ਡਰ ਤੋਂ ਮੁਕਤ ਹੋਣਾ ਹੈ ਤੇ ਬੇਨਤੀ ਕਰੋ। ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਸਿਰ ਨੂੰ ਮੌਤ ਨੇ ਪਕੜਿਆ। ਅਸੀਂ ਕਬੀਰ ਸਾਹਿਬ ਦੇ ਬਚਨ ਪੜ੍ਹਦੇ, ਉਹ ਕਹਿੰਦੇ ਨੇ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਕਹਿੰਦੇ ਨੇ ਮੌਤ ਦੀ ਡਾਂਗ ਇੰਨੀ ਜ਼ਬਰਦਸਤ ਹੈ ਜਮਦੂਦ ਦੀ, ਉਹ ਜਰੀ ਨਹੀਂ ਜਾਣਦੀ। ਮੈਂ ਫਿਰ ਬੇਨਤੀ ਕਰਾਂ ਕਿ ਬਾਬੇ ਫਰੀਦ ਨੇ ਮੌਤ ਨੂੰ ਚੇਤੇ ਨਹੀਂ ਕੀਤਾ। ਉਂਝ ਵੈਸੇ ਜਿਹੜੇ ਆਪ ਪਾਠ ਕਰਦੇ ਹੋ, ਜਿੰਨੀ ਜ਼ਿਆਦਾ ਮੌਤ ਗੁਰੂ ਤੇਗ ਬਹਾਦਰ ਤੇ ਬਾਬੇ ਫਰੀਦ ਨੇ ਚੇਤੇ ਕਰਾਈ, ਸ਼ਾਇਦ ਇਹ ਨਹੀਂ ਕਿਸੇ ਬਾਣੀਕਾਰ ਨੇ ਨਹੀਂ। ਬਾਬਾ ਫਰੀਦ ਤਾਂ ਸ਼ੁਰੂ ਇੱਥੋਂ ਕਰਦਾ ਕਿ ਜਿੱਤ ਦਿਹਾੜੇ ਧਨ ਵਰੀ ਸਾਏ ਲੈ ਲਖਾਏ, ਮਲਕ ਜੇ ਕਰਨੀ ਸੁਣੀਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਖੱਡਾਂ ਕੂਕੜ ਕਾਏ। ਕਹਿੰਦੇ ਨੇ ਬੜਾ ਔਖਾ ਜਮ ਕਾ ਤਰਾਸ, ਜਦੋਂ ਜਿੰਦ ਨਿਕਲਦੀ ਤੇ ਖੱਡੀਆਂ ਕਾੜ ਕਾੜ ਟੁੱਟਦੀਆਂ, ਜਿੰਦ ਨਿਮਾਣੀ ਕੱਢੀਏ ਖੱਡਾਂ ਕੂਕੜ ਕਾਏ, ਸਾਏ ਦਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਵਹੁਟੀ ਮਰਨ ਵਾਲੇ। ਸਾਡੀ ਪੰਜਾਬੀ ਇਹ ਸਾਰੀ ਲੈਂਦੀ, ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਨਾਏ। ਉਹਨਾਂ ਦਾ ਇੱਕ ਬਚਨ ਨੇ ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆ ਬੈਠਾ। ਇਹ ਸਾਡੀ ਪੰਜਾਬੀ ਹੈ ਜੀ, ਪਾਕਿਸਤਾਨ ਦੀ ਲੈਂਦੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾ ਪੰਜਾਬੀ ਮੈਂ ਪਿਛਲੀ ਵਾਰੀ ਵੀ ਕਿਹਾ ਇਹ ਲੈਂਦੀ ਹੈ, ਜਿਹਨੂੰ ਪੋਠੋਹਾਰੀ ਕਹਿੰਦੇ। ਇਹਦੇ ਵਿੱਚ ਤਾਂ ਜਪਜੀ ਸਾਹਿਬ ਸ਼ੁਰੂ ਪੋਠੋਹਾਰੀ ਤੋਂ ਹੁੰਦਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ। ਹੋਸੀ ਲਫ਼ਜ਼ ਪੋਠੋਹਾਰੀ ਹੈ ਵੀ ਹੋਸੀ ਜਾਏ ਨਾ ਜਾਸੀ। ਖੈਰ ਆਪਣਾ ਇਹ ਵਿਸ਼ਾ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂਗਾ, ਬੜਾ ਪੇਂਡੂ ਸ਼ਬਦ ਵਰਤੇ ਜਿਹੜਾ ਦਰਿਆਵਾਂ ਨੂੰ ਢਾਹ ਲੱਗਦਾ ਹੈ ਨਾ, ਜਿਹੜੇ ਦਰਿਆਵਾਂ ਦੇ ਨੇੜੇ ਉਹਨਾਂ ਨੂੰ ਪਤਾ ਹੈ ਜਦੋਂ ਹੜ੍ਹ ਹੁੰਦਾ ਹੈ ਤੇ ਦਰਿਆ ਜਿਹੜਾ ਹੈ ਪਾਣੀ ਉਹਨੂੰ ਥੱਲਿਓਂ ਥੱਲਿਓਂ ਵੱਢੀ ਜਾਂਦਾ। ਉੱਤੋਂ ਜ਼ਮੀਨ ਲੱਗਦਾ ਬਿਲਕੁਲ ਠੀਕ ਹੈ, ਕਿਨਾਰਾ ਲੱਗਦਾ ਬਿਲਕੁਲ ਠੀਕ ਹੈ, ਪਾਣੀ ਇਸ ਤਰ੍ਹਾਂ ਢਾਹ ਮਾਰ ਕਰਦਾ ਹੈ
ਥੱਲਿਓਂ ਖੋਖਲਾ ਕਰ ਦਿੰਦਾ ਹੈ ਤੇ ਇੱਕੋ ਦਮ ਕਈ ਵਾਰੀ ਅੱਧਾ ਕਿੱਲਾ ਦਰਿਆ ਤੜਾਮ ਕਰਕੇ ਡਿੱਗਦਾ ਹੈ। ਫਰੀਦ ਕਹਿੰਦਾ ਉਹ ਦੇਖ ਤੇਰੀ ਖਸਤੀ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਦਰਿਆ ਦਾ ਕਿਨਾਰਾ ਹੈ। ਤੇਰੇ ਅੰਦਰੇ ਮੌਤ ਨੇ ਢਾਲ ਦਿੱਤੀ ਹੈ। ਤੂੰ ਚੰਗਾ ਭਲਾ ਦਿਸਣਾ ਤੰਦਰੁਸਤ ਜਿਵੇਂ ਦਰਿਆ ਦਾ ਕੰਢਾ ਵੇਖਦਿਆਂ ਰੋੜ ਕੇ ਲੈ ਜਾਂਦਾ ਦਰਿਆ। ਕੀ ਪਤਾ ਤੰਦਰੁਸਤ ਦਿਸਦੇ ਬੰਦਿਆ ਮੌਤ ਨੇ ਕੋਈ ਜਿਹਾ ਢਾਲ ਲਾਣੀ ਹੈ ਤੈਨੂੰ ਨਾਲ ਹੀ ਰੋੜ ਕੇ ਲੈ ਜਾਣਾ। ਮੌਤ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆ ਵੈ ਢਾਹਾ ਅੱਗੇ ਦੋਜਕ ਤਪਿਆ ਸੁਣੀਐ ਖੂਨ ਪਵੈ ਕਹਾ। ਕਹਿੰਦੇ ਖਾਏ ਦੀਆਂ ਆਵਾਜ਼ਾਂ ਪਈਆਂ ਹੁੰਦੀਆਂ ਦੋਜਕ ਤਪਿਆ ਅੱਗੇ ਦੋਜਕ ਤਪਿਆ ਸੁਣੀਐ ਖੂਨ ਪਵੈ ਕਹਾ। ਇੱਕ ਨਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ। ਇੱਕ ਨਾ ਨੂੰ ਸਮਝ ਪੈ ਗਈ ਇੱਕ ਬੇਪਰਵਾਹ ਤੁਰੇ ਫਿਰਦੇ ਆ। ਛੱਡੋ ਜੀ ਮੌਤ ਆਉਣੀ ਹੈ ਕੋਈ ਪਰਵਾਹ ਨਹੀਂ। ਪਿਆਰਿਓ ਚੇਤੇ ਰੱਖਿਓ ਵੱਡੇ ਕਹਿੰਦੇ ਆ ਕੋਈ ਪਰਵਾਹ ਨਹੀਂ। ਜਿੱਦਣ ਆਉਂਦੀ ਫਿਰ ਤਰਲੇ ਮਾਰਦੇ ਆ ਅਰਦਾਸ ਕਰੋ ਕਿਤੇ 4 ਦਿਨ ਜ਼ਿੰਦਗੀ ਮਿਲ ਜਾਏ। ਕਹਿਣਾ ਸੌਖਾ ਕਿ ਨਹੀਂ ਕੋਈ ਪਰਵਾਹ ਨਹੀਂ। ਗੁਰੂ ਤੇਗ ਬਹਾਦਰ ਕਹਿ ਰਿਹਾ ਹੈ ਕਿ ਮੌਤ ਦਾ ਭੈ ਹੈ ਅੰਦਰ ਪਰਮਾਤਮਾ ਮੈਂ ਤੇਰੀ ਸ਼ਰਨ ਵਿੱਚ ਹਾਂ। ਮੈਂ ਇੱਕ ਬੇਨਤੀ ਆਪ ਨੂੰ ਹੋਰ ਕਰਨੀ ਹੈ। ਇਹ ਵੀ ਗੱਲ ਧਿਆਨ ਨਾਲ ਸੁਣਿਓ ਕਿ ਕਥਾ ਤੇ ਮੈਂ ਵੀ ਕਹਿ ਦੇਣਾ ਪਰ ਜਦੋਂ ਵਾਪਰਦੀ ਹੈ ਬੜਾ ਮੁਸ਼ਕਲ ਜਿਹਾ ਹੰਡਾਣਾ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਦੁੱਖ ਨੂੰ ਤੇ ਸੁੱਖ ਨੂੰ ਹਰਕ ਤੇ ਸੋਗ ਨੂੰ ਉਸਤਤ ਤੇ ਨਿੰਦਿਆ ਨੂੰ ਮਿੱਟੀ ਤੇ ਪੈਸੇ ਨੂੰ ਮਾਨ ਤੇ ਅਪਮਾਨ ਨੂੰ ਸੱਚ ਇਹ ਨੇ ਉਹਨਾਂ ਦੇ ਸਾਰੇ ਪਰਿਵਾਰ ਨੇ ਬਰਾਬਰ ਜਾਣਿਆ। ਆ ਪਿਛਲੇ ਦਿਨੀ ਜਾਟ ਅੰਦੋਲਨ ਦੇ ਵਿੱਚ ਇੱਕ ਸੱਜਣ ਗੁਰਮੁਖ ਪਿਆਰਿਓ ਜਿਨ੍ਹਾਂ ਅੰਮ੍ਰਿਤ ਛਕਿਆ ਹੈ 5 ਪਿਆਰੇ ਸਾਹਿਬ ਉਹ ਅੰਮ੍ਰਿਤ ਅਬਲਾਖੀ ਆ ਰਹੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਅੰਮ੍ਰਿਤ ਅਬਲਾਖੀ ਥੱਲੇ ਬੈਠ ਜਾਣ। 5 ਪਿਆਰੇ ਜਿਨ੍ਹਾਂ ਸੇਵਾ ਨਿਭਾਈ ਹੈ ਉਹ ਸਟੇਜ ਦੇ ਉੱਪਰ ਆ ਜਾਣ। ਜਿਨ੍ਹਾਂ ਅੰਮ੍ਰਿਤ ਛਕਿਆ ਉਹਨਾਂ ਨੂੰ ਪਲੀਜ਼ ਪਿੱਛੇ ਇੱਥੇ ਬਿਠਾ ਦਿਓ ਨਾਲ ਕਿਉਂਕਿ ਕਥਾ ਵਿਚਾਰ ਦੀਵਾਨ ਚੱਲ ਰਿਹਾ ਹੈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਆਓ ਇੱਕ ਜੈਕਾਰਾ ਗਜਾ ਕੇ ਇਹਨਾਂ ਸਮੂਹ ਅੰਮ੍ਰਿਤ ਅਬਲਾਖੀਆਂ ਦਾ ਅਸੀਂ ਗੁਰੂ ਦਰਬਾਰ ਵਿੱਚ ਜੀ ਆਇਆਂ ਕਹੀਏ। ਬੋਲੇ ਸੋ ਨਿਹਾਲ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਬਾਰੇ ਇੱਕ ਦਿਨ ਟੀਵੀ ਦੀ ਡਿਬੇਟ ਤੇ ਬੋਲ ਰਿਹਾ ਸੀ ਕਿਰਸਾਨ ਜਾਟ ਮੇਰਾ ਖਿਆਲ ਮੈਨੂੰ ਨਾ ਚੇਤੇ ਨਹੀਂ ਸ਼ਾਇਦ ਜੋਧਬੀਰ ਇਸ ਤਰ੍ਹਾਂ ਕਰਕੇ ਉਹਨੇ ਨਾਂ ਸੀ। ਉਹਨੇ ਸ਼ਬਦ ਕਹੇ ਸਨ ਕਿ ਗੁਰੂ ਤੇਗ ਬਹਾਦਰ ਦੀਆਂ 3 ਪੀੜ੍ਹੀਆਂ ਦਾ ਦੇਣਾ ਹਿੰਦੁਸਤਾਨ ਕਦੀ ਵੀ ਨਹੀਂ ਦੇ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ। ਗੁਰੂ ਤੇਗ ਬਹਾਦਰ ਸਾਹਿਬ ਦੇ ਬੇਟੇ ਸੱਚ ਇਹ ਕਿ ਗੁਰੂ ਗੋਬਿੰਦ ਸਿੰਘ ਨੂੰ ਵੀ ਵਿਦਵਾਨ ਪੁਰਸ਼ ਸ਼ਹੀਦੀ ਵਿੱਚ ਲੈਂਦੇ ਕਿਉਂਕਿ ਖੰਜਰ ਵੱਜਾ। ਤੇ ਮੈਂ ਕਈ ਵਾਰੀ ਸੋਚਣਾ ਇਹਨਾਂ ਨੂੰ ਇੰਨੀ ਗੱਲ ਸਮਝਾ ਦਿਓ ਭਲੇ ਲੋਕੋ ਹਿੰਦੁਸਤਾਨ ਦੀ ਹਿਸਟਰੀ ਵਿੱਚ ਅਬਲਾਵਾਂ ਦੀ ਪੱਤਾਂ ਲੁੱਟਣ ਦਾ ਮਿਲਦਾ ਹੈ ਜ਼ੁਲਮ ਧੱਕਾ ਚੁੱਕ ਕੇ ਲਿਜਾਣ ਦਾ ਤੇ ਮਿਲਦਾ ਹੈ। ਪਰ ਹਿੰਦੁਸਤਾਨ ਦੀ ਤਾਰੀਖ ਵਿੱਚ ਜੇ ਪਹਿਲੀ ਇਸਤਰੀ ਕੋਈ ਸ਼ਹੀਦ ਹੋਈ ਹੈ ਤੇ ਸਨਮਾਨਯੋਗ ਮਾਤਾ ਗੁਜਰੀ ਜੀ ਸ਼ਹੀਦ ਹੋਈ ਹੈ। ਮਾਤਾ ਗੁਜਰੀ ਸ਼ਹੀਦ ਵਿੱਚ ਸ਼ਹੀਦਾਂ ਵਿੱਚ ਹੈ। ਮੈਂ ਸਿੱਧੇ ਜੇ ਗੱਲ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹੜਾ ਦੁੱਖ ਜਿਹੜਾ ਜ਼ਿੰਦਗੀ 'ਚ ਨਹੀਂ ਹੰਢਾਇਆ। ਸੁੱਖ ਤਾਂ ਹੈ। ਅੱਜ ਭਾਈ ਸਾਹਿਬ ਜਦੋਂ ਇਹ ਤੇ ਸ਼ਬਦ ਪੜਿਆ ਜਾ ਰਿਹਾ ਸੀ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੁਟਿਓ ਕਰ ਬੈਠੋ ਵਿਸ਼ਰਾਮ। ਅਸਲ 'ਚ ਇਹ ਗੁਰੂ ਤੇਗ ਬਹਾਦਰ ਦਾ ਅੰਦਰ ਹੈ। ਇਹ ਸਾਰੇ ਸ਼ਬਦ ਮਹਾਰਾਜ ਕਹਿੰਦੇ ਮੈਨੂੰ ਕੋਈ ਮਮਤਾ ਨਹੀਂ ਮੈਨੂੰ ਕੋਈ ਕਾਮ ਨਹੀਂ ਮੈਨੂੰ ਕੋਈ ਕ੍ਰੋਧ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂ ਕਿਹੜਾ ਦੁੱਖ ਹੈ ਜਿਹੜਾ ਇਸ ਪਰਿਵਾਰ ਤੇ ਨਹੀਂ ਹੈ। ਕੱਲ ਬਲਦੇਵ ਸਿੰਘ ਜੀ ਢਾਡੀ ਸਾਹਿਬ ਭਾਈ ਸਾਹਿਬ ਉਹ ਵੀ ਦੱਸ ਰਹੇ ਸਨ। ਮੈਂ ਆਪ ਨੂੰ ਬੇਨਤੀ ਕਰਾਂ ਇਬਾਦਤ ਕੀਤੀ ਜਿੱਦਣ ਗੁਰਤਾ ਗੱਦੀ ਤੇ ਪ੍ਰਗਟ ਹੋਏ ਉਹ ਦਿਨ ਗੋਲੀ ਹਜ਼ੂਰ ਤੇ ਚੱਲੀ। ਪਿਤਾ ਤੇ ਪੁੱਤਰ ਦਾ ਮਿਲਾਪ ਵੀ ਬਹੁਤ ਥੋੜਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਜਰੀ ਜੀ
ਕਿਹੜਾ ਦੁੱਖ ਹੈ ਜਿਹੜਾ ਉਹਨਾਂ ਨੇ ਕਢਾਇਆ। ਤੇ ਸੱਚ ਇਹ ਜੇ ਗੁਰੂ ਤੇਗ ਬਹਾਦਰ ਦੇ ਪਰਿਵਾਰ ਦੇ ਦਰਸ਼ਨ ਕਰਨੇ ਹੋਣ ਆਤਮਿਕ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਚੇਤੇ ਰੱਖਿਓ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਉਹਨੇ ਥੋੜਾ ਕਿਹਾ ਦੁੱਖ ਨਹੀਂ ਹੁੰਦਾ। ਮੈਂ ਕਈ ਵਾਰੀ ਕਹਿੰਦਾ ਜਿਹੜਾ ਸ਼ੁਕਰਾਨਾ ਲਫ਼ਜ਼ ਵੀ ਹੈ ਅਸੀਂ ਉਹਨੂੰ ਸੁੱਖ ਨਾਲ ਜੋੜ ਦਿੱਤਾ। ਜੇ ਘਰ ਬਣਾਇਆ ਜੀ ਸ਼ੁਕਰਾਨਾ ਕਰਨਾ, ਪੁੱਤਰ ਦਾ ਜਨਮ ਸ਼ੁਕਰਾਨਾ ਕਰਨਾ, ਵਿਆਹ ਹੋਇਆ ਸ਼ੁਕਰਾਨਾ ਕਰਨਾ, ਫਸਲ ਚੰਗੀ ਹੋ ਗਈ ਸ਼ੁਕਰਾਨਾ ਕਰਨਾ। ਨਹੀਂ, ਇਹ ਅਧੂਰਾ ਸ਼ਬਦ ਹੈ। ਸ਼ੁਕਰਾਨੇ ਦਾ ਅਰਥ ਹੈ ਪਰਮਾਤਮਾ ਜੋ ਵੀ ਤੂੰ ਕਰੇ ਮੈਂ ਸਿਰ ਝੁਕਾ ਕੇ ਤੇਰੀ ਹਰ ਕੀਤੀ ਹੋਈ ਕਿਰਤ ਨੂੰ ਸਜਦਾ ਹੀ ਕਰਾਂ। ਭਾਈ ਸਾਹਿਬ ਨੇ ਲਿਖਿਆ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ, ਜੋ ਕਰੇ ਜਰ ਧਿਆਨ ਚ ਰੱਖਿਓ। ਮੈਂ ਫਿਰ ਅਰਜ਼ ਕੀਤੀ ਕਿਉਂਕਿ ਆਪੋ ਆਪਣੀ ਸੁਰਤ ਹੈ ਨਾ, ਆਪੋ ਆਪਣੀ ਅਵਸਥਾ। ਮੈਂ ਕਦੇ ਕਿਹਾ ਕਿਸੇ ਨੇ ਮੌਤ ਨੂੰ ਕਦੀ ਦਾਤ ਕਿਹਾ, ਕਦੀ ਘਾਟੇ ਨੂੰ ਦਾਤ ਕਿਹਾ, ਕਦੀ ਬੇਇੱਜ਼ਤੀ ਨੂੰ ਦਾਤ ਕਿਹਾ, ਪਰ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿਹੜਾ ਰੱਬ ਦਾ ਸ਼ਰੀਕਾ ਤੇ ਉਲਾਮੇ ਨਹੀਂ ਦਿੰਦਾ। ਕਿ ਤਿਆ ਦੂਖ ਭੂਖ ਸਦਮਾਰ ਇਹ ਬੇਦਾਤ ਤੇਰੀ ਦਾਤਾ। ਹੁਣ ਆ ਜਿਹੜਾ ਸ਼ਬਦ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਇਹ ਇਹਨਾਂ ਗਹਿਰਾ ਸ਼ਬਦ ਹੈ। ਦੁੱਖ ਆਵੇ ਪਰ ਦੁੱਖ ਨੂੰ ਸੁੱਖ ਦੇ ਰੂਪ ਵਿੱਚ ਸਵੀਕਾਰ ਲੈ, ਦੁੱਖ ਨੂੰ ਦੁੱਖ ਦੇ ਰੂਪ ਚ ਨਾ ਦੇਖ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖ ਨੂੰ ਦੁੱਖ ਨਾ ਮੰਨੇ। ਸੁੱਖ ਸਨੇਹ ਇਹਦਾ ਅਰਥ ਹੈ ਸੁੱਖ ਨਾਲ ਹਿਤ ਨਾ ਕਰੇ, ਸੁੱਖ ਵਿੱਚ ਖਚਤ ਨਾ ਹੋਵੇ। ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਜਿਹਨੂੰ ਡਰ ਵੀ ਕੋਈ ਨਾ ਹੋਵੇ। ਕੰਚਨ ਮਾਟੀ ਮਾਨੈ, ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਜਾਣੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਸੱਚੀ ਜੀ ਨਿੰਦਿਆ ਹੋਵੇ ਅੰਦਰ ਢਹਿ ਪੈਂਦਾ ਹੈ, ਉਸਤਤ ਹੋਵੇ ਤੇ ਵੰਗਾਰ ਦਾ ਗਲੀ ਚ ਖਲੋਗੇ। ਗੁਰੂ ਸਾਹਿਬ ਕਹਿੰਦੇ ਨਿੰਦਿਆ ਤੇ ਉਸਤਤ ਇੱਕ ਬਰਾਬਰ ਜਾਣ। ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਨਾ ਲਾਲਚ ਤੇ ਨਾ ਮੋਹ ਤੇ ਨਾ ਹੰਕਾਰ ਕੁਝ ਵੀ ਅਸਰ ਨਾ ਕਰੇ। ਲੋਭ ਮੋਹ ਅਭਿਮਾਨਾ ਹਰਖ ਸੋਗ ਜਿਹਦੇ ਅੰਦਰ ਕੋਈ ਅਸਰ ਹੀ ਨਾ ਕਰੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਰਿਆਰੋ, ਨਾਹਿ ਮਾਨ ਅਪਮਾਨਾ। ਉਸਤਤ ਨਿੰਦਾ ਪਿਆਰੇ ਇਹ ਦੋਨਾਂ ਨੂੰ ਤਿਆਗ ਦੇ। ਜਿਹਨੂੰ ਕਾਮ ਕ੍ਰੋਧ ਨਾ ਪਰਸੇ, ਆਸਾ ਮਨਸਾ ਸਭ ਕੁਝ ਛੱਡ ਦੇਵੇ। ਮਹਾਰਾਜ ਨੇ ਦਰਅਸਲ ਉਹ ਬ੍ਰਹਮ ਗਿਆਨੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸ਼ਬਦ ਸੋਲਣਾ ਕਿਹਾ ਤੇ ਇਹਦਾ ਸਾਰਾ ਜਿਹੜਾ ਸੰਖੇਪ ਸੀ ਨਾ, ਆਪਾਂ ਜਦੋਂ ਕਥਾ ਕਰ ਰਹੇ ਸੀ ਇਹ ਸ਼ਲੋਕਾਂ ਦੀ, ਤੇ ਮੈਂ ਵਾਰ-ਵਾਰ ਸੰਗਤ ਨੂੰ ਕਿਹਾ ਵੀ ਕਿਉਂਕਿ ਤਕਰੀਬਨ 52 ਦਿਨ ਸਬਜੈਕਟ ਇੱਕੋ ਹੀ ਚੱਲ ਰਿਹਾ ਸੀ ਮੌਤ ਦਾ। ਤੇ ਮੈਂ ਬੇਨਤੀ ਕੀਤੀ ਜੇ 59 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ ਨਹੀਂ ਪੜ੍ਹ ਸਕਦੇ ਨਾ ਤੇ 57 ਸ਼ਲੋਕਾਂ ਦਾ ਪਾਠ ਰੋਜ਼ ਕਰ ਲੋ। 59 ਸ਼ਬਦਾਂ ਦਾ ਸਾਰਾ ਤੱਤ ਜਿਹੜਾ 57 ਸ਼ਲੋਕਾਂ ਵਿੱਚ ਹੈ। ਕਿਉਂਕਿ ਮੈਨੂੰ ਥੋੜੀ ਲੱਗਦੇ ਨੇ ਸ਼ਲੋਕਾਂ ਦਾ ਪਾਠ ਕਰਦੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਅੰਮ੍ਰਿਤ ਬਚਨਾਂ ਚੋਂ ਮੈਂ ਸ਼ਬਦ ਪੜਿਆ, ਕੁਝ ਹਿੱਸਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਤੇ ਜੇ ਇਹਨੂੰ ਅਸੀਂ ਸ਼ਲੋਕਾਂ 'ਚ ਪੜ੍ਹਨਾ ਹੋਵੇ ਤੇ ਫਿਰ ਆਹ 3 ਸ਼ਲੋਕ ਪੜ੍ਹ ਲਓ। ਸੁਖ ਦੁਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹਿ ਜੇ, ਕੰਚਨ ਲੋ ਸਮਾਨ, ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨ। ਹਰਖ ਸੋਗ ਜਾਕੈ ਨਹੀਂ, ਬੈਰੀ ਵੀਰ ਸਮਾਨ, ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨ। ਮੈਂ ਤਾਂ ਕਿਹਾ ਕਿ ਅਸਲ 'ਚ ਗੁਰੂ ਤੇਗ ਬਹਾਦਰ ਦੀ ਬਾਣੀ ਆਪਣੀ ਵਿਆਖਿਆ ਆਪ ਹੀ ਕਰੀ ਜਾਂਦੀ, ਬਾਹਰ ਤੋਂ ਪ੍ਰਮਾਣ ਦੀ ਲੋੜ ਨਹੀਂ ਪੈਂਦੀ। ਮੈਂ ਗਰਾਤੀ ਬਾਬਾ ਜਸਵੀਰ ਸਿੰਘ ਬੈਠੇ ਉੱਥੇ ਮੈਂ ਅਰਜ਼ ਕੀਤੀ, ਮਹਾਰਾਜ ਨੇ ਪਹਿਲਾ ਸ਼ਬਦ ਕਿਹਾ ਸਾਧੂ ਮਨ ਕਾ ਮਾਨ ਤਿਆਗੋ, ਤੇ ਫਿਰ ਉਹਦੀ ਵਿਆਖਿਆ ਕਰੀ ਗਿਆ। ਗਰਭ ਕਰਤਾ ਹੈ ਦੇਖੋ ਬਿਰਸੈ ਚਿਨਮੈ ਮੀਤ, ਜੇ ਪ੍ਰਾਨੀ ਖਰ ਜਸ ਕਹੋ ਨਾਨਕ ਤੇ ਜਗ ਜੀਤ। ਫਿਰ ਨਾਲ ਅਰਦਾਸ ਕਰੀ ਗਿਆ, ਜਤਨ ਬਹੁਤ ਮੈਂ ਕਰ ਰਿਓ, ਮਿਟਿਓ ਨਾ ਮਨ ਕੋ ਮਾਨ,
ਦੁਰਮਤ ਸਿਉ ਨਾਨਕ ਫਦਿਓ ਰਾਖ ਲਿਵੋ ਭਗਵਾਨ। ਹੁਣ ਦੇਖੋ ਇਹ ਸ਼ਬਦ ਦੀ ਵਿਆਖਿਆ ਕਿ ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ, ਕਉ ਨਾਨਕ ਸੁਨ ਲੇ ਮਨਾ ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹੀ ਜੇ, ਉਹ ਸਾਰੇ ਸ਼ਬਦ ਕਹਿ ਕੇ ਫਿਰ ਅਖੀਰ ਤੇ ਬ੍ਰਹਮ ਗਿਆਨੀ ਕੌਣ? ਹਰ ਸੋਗ ਜਾਂ ਕੈ ਨਹੀਂ ਬੈਰੀ ਮੀਤ ਸਮਾਨ, ਕਉ ਨਾਨਕ ਸੁਨ ਲੇ ਮਨਾ ਮੁਕਤ ਤਾਹੇ ਤੈ ਜਾਨ। ਫਿਰ ਅਖੀਰ ਤੇ ਸੁਖ ਦੁਖ ਉਸਤਤ ਨਿੰਦਾ ਹਰ ਸੋਗ, ਅਖੀਰ ਤੇ ਕਹਿੰਦੇ ਆ ਭੈ ਕਾਹੂ ਕੋ ਦੇਤ ਨੈ ਭੈ ਮਾਨ ਤਾਨ। ਜਿਹਦੀ ਆ ਅਵਸਥਾ ਹੈ ਨਾ 3 ਸ਼ਲੋਕਾਂ ਵਾਲੀ, ਸੁਖ ਦੁਖ ਹਰ ਸੋਗ ਉਸਤਤ ਨਿੰਦਾ, ਮਹਾਰਾਜ ਕਹਿੰਦੇ ਫਿਰ ਉਹ ਗਿਆਨੀ ਬਣ ਜਾਂਦਾ। ਗਿਆਨੀ ਬੰਦਾ ਨਿਰਭਉ ਤੇ ਨਿਰਵੈਰ ਹੁੰਦਾ ਹੈ, ਨਾ ਉਹਨੂੰ ਭੈ ਨਾ ਕਿਸੇ ਨਾਲ ਵੈਰ। ਭੈ ਕਾਹੂ ਕੋ ਦੇਤ ਨੈ, ਉਹ ਕਿਸੇ ਨੂੰ ਭੈ ਦਿੰਦਾ ਵੀ ਨਹੀਂ, ਤੇ ਜੇ ਦਿੰਦਾ ਨਹੀਂ ਫਿਰ ਭੈ ਲੈਂਦਾ ਵੀ। ਨਹਿ ਭੈ ਮਾਨਤ ਆਨ, ਕਉ ਨਾਨਕ ਸੁਨ ਲੇ ਮਨਾ ਗਿਆਨੀ, ਤਾਹੇ ਬਖਾਨ ਉਸ ਨੂੰ ਗਿਆਨੀ ਕਿਹਾ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬ੍ਰਹਮ ਗਿਆਨੀ ਗਿਆਨੀ ਸਾਰੀ ਇਹ ਗੱਲ। ਤੇ ਫਿਰ ਮੈਂ ਬੇਨਤੀ ਕਰਾਂ ਇਤਿਹਾਸ ਨੂੰ ਪੜ੍ਹੋ, ਕਿਹੜਾ ਦੁੱਖ ਹੈ ਜਿਹੜਾ ਇਸ ਪਰਿਵਾਰ 'ਚ ਨਹੀਂ ਆਇਆ। ਚਲੋ ਮੈਂ ਪਰਿਵਾਰ ਦੇ ਤੌਰ ਤੇ ਕਹਾਂ, ਕਿਹੜਾ ਦੁੱਖ ਜਿਹੜਾ ਨਹੀਂ ਆਇਆ। ਆਮ ਤੌਰ ਤੇ ਮੈਂ ਸੱਚ ਕਹਿਣਾ ਮੇਰੇ ਨਾਲ ਵਾਪਰਿਆ। ਇਹ ਨਹੀਂ ਕਿ ਮਸ਼ਹੂਰੀ, ਮੈਨੂੰ ਕਥਾ ਕਰਦਿਆਂ ਪ੍ਰਬੰਧ ਨੇ ਰਾਤ ਹੀ ਕਿਹਾ ਵੀ ਸਵੇਰੇ ਦੀ ਕਥਾ ਤੁਸੀਂ ਕਰ। ਮੰਜੀ ਸਾਹਿਬ ਕਿਹਾ 2 ਸਾਲ ਪਹਿਲਾਂ, ਪਰ ਮੈਂ ਇੱਕ ਗੱਲ ਸੇ ਤੂੰ ਕੰਮ ਮਨ ਨੂੰ ਛੋਟੀ ਗੱਲ ਨਹੀਂ ਹੁੰਦੀ, ਕਹਿ ਦੇਣਾ ਵੀ ਸਵੇਰੇ ਤੂੰ ਕਥਾ ਨਹੀਂ ਕਰਨੀ। ਬੜਾ ਤੂਫਾਨ ਉੱਠਦਾ ਹੈ, ਪਰ ਮੈਂ ਉਸ ਵਕਤ ਥੜਾ ਸਾ ਮੱਥਾ ਟੇਕਣ ਗਿਆ ਤੇ ਏਡਾ ਵੱਡਾ ਅੰਦਰੋਂ ਧੀਰਜ ਮਿਲਿਆ, ਤੇਰੀ ਤਾਂ ਕਥਾ ਹੀ ਬੰਦ ਕੀਤੀ ਹੈ। ਗੁਰੂ ਤੇਗ ਬਹਾਦਰ ਨੇ ਤਾਂ ਬੂਹੇ ਬੰਦ ਕਰ ਦਿੱਤੇ, ਤੂੰ ਮੱਥਾ ਨਹੀਂ, ਕਿਉਂਕਿ ਇਹ ਚੀਜ਼ਾਂ ਗੁਰੂ ਸਾਹਿਬ ਸਿਖਾ ਕੇ ਗਏ ਆ। ਇਹ ਕੋਈ ਭੜਕਾਟ ਲਈ ਨਹੀਂ। ਉਹ ਜਿਹਦਾ ਘਰ ਹੋਵੇ, ਜਿਹਦੇ ਬਜ਼ੁਰਗਾਂ ਨੇ, ਜਿਹਦਾ ਦਾਦਾ ਉਹਨੇ ਆਪਣੇ ਹੱਥੀਂ ਇੱਟਾਂ ਲਵਾਈਆਂ ਹੁਣ ਗੁਰੂ ਅਰਜਨ ਦੇਵ, ਵਾਹਿਗੁਰੂ ਜੀ ਦਾ ਬਾਪੂ ਇੱਥੇ ਬੈਠ ਕੇ ਕੀਰਤਨ ਸੁਣਦਾ ਰਿਹਾ ਗੁਰੂ ਹਰਗੋਬਿੰਦ ਸਾਹਿਬ, ਜਿਹਦਾ ਪੜਦਾਦਾ ਗੁਰੂ ਰਾਮਦਾਸ ਜੀ ਨੇ ਆਪ ਹੱਥੀਂ ਬਣਾਇਆ, ਉਹਦੇ ਪੜਪੋਤੇ ਨੂੰ ਕਹਿ ਦੇਣਾ ਤੂੰ ਮੱਥਾ ਨਹੀਂ ਟੇਕਣਾ। ਗੁਰੂ ਤੇਗ ਬਹਾਦਰ ਨੇ 7 ਵਚਨ ਕਰਕੇ ਮੰਨ ਲਿਆ। ਸੱਚਮੁੱਚ ਹੈ ਤਾਂ ਅਪਮਾਨ ਹੀ ਨਾ। ਤੇ ਨਾਲ ਮੱਖਣ ਸ਼ਾਹ ਜਿਹਦੇ ਕੋਲ ਫੌਜ ਹੈ, ਏਡਾ ਵੱਡਾ ਅਪਮਾਨ ਜਰ ਜਾਣਾ ਤੇ ਬੱਲੇ ਪਿੰਡ ਨੂੰ ਚਲੇਗਾ ਥੜੇ ਤੇ ਬੈਠ ਕੇ ਇਸ਼ਨਾਨ ਕਰਕੇ। ਸਾਨੂੰ ਇੱਕ ਗੱਲ ਸਮਝਾ ਕੇ ਗਏ ਕਿ ਪ੍ਰਬੰਧਕੀ ਢਾਂਚਾ ਭਾਵੇਂ ਤੈਨੂੰ ਰੱਜ ਕੇ ਅਪਮਾਨ ਕਰੇ, ਤੂੰ ਕਦੀ ਗੁਰੂ ਰਾਮਦਾਸ ਦਾ ਸਰੋਵਰ ਨਾ ਛੱਡੀ ਤੇ ਮੱਥਾ ਟੇਕਣਾ ਨਾ ਛੱਡੀ। ਇਹ ਗੱਲਾਂ ਸਮਝਾਉਣ ਵਾਲੀਆਂ ਸਨ, ਕਿਉਂਕਿ ਸਾਡੇ ਬੰਦੇ ਮਿਲਣਾ ਦੇ ਪ੍ਰਬੰਧ ਪੈੜਾ, ਉਹ ਫਿਰ ਉਦੋਂ ਬਾਅਦ ਗੁਰਦੁਆਰਾ ਛੱਡ ਦਿੰਦੇ ਆ। ਫਿਰ ਪ੍ਰਬੰਧਕਾਂ ਨੂੰ ਗਾਲਾਂ ਕੱਢਦੇ ਇਹਨੇ ਅੰਦਰ ਹੀ ਖਾਲੂ ਹੋ ਜਾਂਦੇ ਆ, ਗੁਰੂ ਨੂੰ ਗਾਲਾਂ ਕੱਢਣ ਲੱਗ ਪੈਂਦੇ। ਕਿਉਂਕਿ ਇੱਕ ਵਾਰੀ ਬੰਦਾ ਠਿੱਠ ਗਿਆ, ਛੇਤੀ ਕਾਬੂ ਨਹੀਂ ਹੁੰਦਾ, ਅੰਦਰ ਨਹੀਂ ਕਾਬੂ ਹੁੰਦਾ, ਕਿਉਂਕਿ ਦਵੈਚ ਫਸਿਆ ਅੰਦਰ ਹੋਰ ਦੂਰ ਕਰੀ ਜਾਂਦਾ। ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਮੈਂ ਪਟਨਾ ਸਾਹਿਬ ਵੀ ਕਿਹਾ ਕਿ ਦੇਖੋ 33 ਸਾਲ ਬਾਅਦ ਘਰ ਬੱਚਾ ਹੋਣਾ ਹੈ, ਪਤਾ ਤਾਂ ਹੁੰਦਾ ਹੀ ਜੋ ਸੰਸਾਰ ਦੀ ਰਚਨਾ ਹੈ, ਤੇ ਮਹਾਰਾਜ ਘਰ ਨਹੀਂ ਰਹਿ ਸਕਦੇ। ਨਹੀਂ, ਧਰਤੀ ਦਾ ਭਾਰ ਕਰਨ ਗਿਆ। ਸਾਡਾ ਇਤਿਹਾਸ ਕਹਿੰਦਾ ਜਿਸ ਦਿਨ ਗੁਰੂ ਗੋਬਿੰਦ ਰਾਏ ਜੀ ਦਾ ਜਨਮ ਹੋਇਆ, ਉਸ ਦਿਨ ਪਿਤਾ ਜੀ ਘਰ ਨਹੀਂ ਸਨ। ਅੰਮ੍ਰਿਤ ਵੇਲੇ ਮੁਸਕਰਾਏ ਬੈਠੇ ਚੌਂਕੜੇ 'ਚ, ਤੇ ਸੇਵਕਾਂ ਨੇ ਪੁੱਛਿਆ ਮਹਾਰਾਜ ਅੱਜ ਨਾਮ ਵਿਸ਼ਰਾਮ ਕੀਤਾ ਤੇ ਅੱਜ ਤੁਸੀਂ ਸਿਮਰਨ 'ਚ ਕਿਉਂ ਮੁਸਕਰਾ ਰਹੇ? ਕਹਿਣ ਲੱਗੇ ਅੱਜ ਗੁਰੂ ਨਾਨਕ ਦਾ 10ਵਾਂ ਸ਼ਰੀਰ ਧਰਤੀ ਤੇ ਆ ਗਿਆ, ਜਿਹੜਾ ਜ਼ਾਲਮ ਰਾਜ ਦੀਆਂ ਜੜ੍ਹਾਂ ਪੜਦੇ। ਉਹ ਤੋਂ ਹੁਕਮਨਾਮਾ ਲਿਖਿਆ ਕਿ ਜੋ ਮੇਰੇ ਪੁੱਤਰ ਦੇ ਜਨਮ ਤੇ ਤੁਸੀਂ ਲਾਇਆ, ਗੋਬਿੰਦ ਦਾਸ ਕੇ ਜਨਮ ਕੀ ਵਧਾਈ ਹੋ। ਮਹਾਰਾਜ ਲਿਖਦੇ ਪਟਨਾ ਸਾਹਿਬ ਹੁਕਮਨਾਮੇ ਪਏ, ਖੁਸ਼ ਹੁੰਦੇ ਤੇ ਫਿਰ ਵਾਪਸ ਨਹੀਂ ਆਏ। ਨਹੀਂ ਤੇ ਮੈਂ ਫਿਰ ਬੇਨਤੀ ਕਰਾਂ, ਅਸੀਂ ਸਾਨੂੰ ਕਹੇ ਅਸੀਂ ਸਭ ਕੁਝ ਛੱਡ ਕੇ ਜਾਵਾਂਗੇ, ਮੇਰਾ ਪਰਿਵਾਰ ਪਹਿਲਾਂ। ਨਹੀਂ ਪਿਆਰਿਓ, ਉਹਦਾ ਪਰਿਵਾਰ ਮੋਹ ਵਾਲਾ ਪਿਆਰ ਪਰਿਵਾਰ ਨਹੀਂ ਸੀ। ਉਹਦਾ ਪਰਿਵਾਰ ਨਾ ਹੁੰਦਾ ਤੇ ਹਿੰਦੁਸਤਾਨ ਦਾ ਪਰਿਵਾਰ ਹੀ ਕੋਈ ਨਹੀਂ ਸੀ ਬਚਣਾ। ਇਹ ਸਿਰਫ ਉੱਥੇ ਮਹਾਰਾਜ ਵਾਪਸ ਨਹੀਂ ਆਏ। 2 ਘਟਨਾਵਾਂ ਵਾਪਰੀਆਂ
ਜਦੋਂ ਨਵਾਬ ਦੀ ਸਵਾਰੀ ਲੰਘੀ ਤੇ ਗੁਰੂ ਗੋਬਿੰਦ ਰਾਏ ਜੀ ਨੇ ਨਹੀਂ ਮੱਥਾ ਟੇਕਿਆ। ਉਹਨਾਂ ਕਿਹਾ ਵੀ ਬੱਚਿਓ ਮੱਥਾ ਟੇਕੋ। ਮਹਾਰਾਜ ਬਾਜਪਨ ਚੰਚਲਤਾ ਚ ਜਿਵੇਂ ਬੱਚੇ ਕਰਦੇ ਉਸ ਤਰ੍ਹਾਂ ਦੰਦੀਆਂ ਖਰਾ ਕੇ ਨਿਕਲ ਗਏ। ਰੌਲਾ ਪੈ ਗਿਆ ਪਟਨਾ ਸਾਹਿਬ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੁਨੇਹਾ ਪਹੁੰਚਿਆ ਕਿ ਤੁਹਾਡੇ ਬੱਚੇ ਨੇ ਆਹ ਕੰਮ ਕੀਤਾ ਨਵਾਬ ਦੀ ਸਵਾਰੀ। ਮਹਾਰਾਜ ਹੁਕਮਨਾਮਾ ਲਿਖਿਆ, ਗੋਬਿੰਦ ਜੋ ਕੀਆ ਸੋ ਭਲਾ ਕੀਆ। ਦੇਖੋ ਤੁਸੀਂ ਪਰਿਵਾਰ ਨੂੰ, ਗੋਬਿੰਦ ਜੋ ਕੀਆ ਸੋ ਭਲਾ ਕੀਆ। ਸਰਕਾਰੀ ਅਹਿਲਕਾਰ ਆਏ, ਗੁਰੂ ਘਰ ਵਿੱਚ ਆਏ, ਪਵਾਂਦੀ ਦੇਣੀ ਸਰਾਂਦੀ ਨਹੀਂ। ਇਹ ਮਹਾਰਾਜ ਦੇ ਹੁਕਮਨਾਮੇ ਨੇ। ਜੇ ਸਰਕਾਰੀ ਅਹਿਲਕਾਰ ਆਵੇ ਉਹਨੂੰ ਸਰਾਣੇ ਨਹੀਂ ਬਿਠਾਣਾ, ਉਹਨੂੰ ਪੈਰਾਂ 'ਚ ਬਿਠਾਣਾ, ਕਿਉਂਕਿ ਗੁਰੂ ਨਾਨਕ ਦਾ ਘਰ ਸੱਚੇ ਪਾਤਸ਼ਾਹ ਦਾ ਘਰ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਪਿਤਾ ਪੁੱਤਰ ਮਿਲੇ ਗੁਰੂ ਕੇ ਬਾਗ 'ਚ, ਉਹ ਹਰਾ ਹੋ ਗਿਆ, ਵਾਪਸ ਆ ਗਏ। ਮਹਾਰਾਜ ਦੇ ਗੁਰੂ ਦਸਵੇਂ ਪਿਤਾ ਤੇ ਗੁਰੂ ਤੇਗ ਬਹਾਦਰ ਸੰਸਾਰੀ ਤੌਰ ਤੇ ਸਿਰਫ 2.5 ਸਾਲ 3 ਸਾਲ ਹੀ ਆਪਸ ਵਿੱਚ ਇਕੱਠੇ ਰਹਿੰਦੇ, ਬਾਕੀ ਸਮਾਂ ਨਹੀਂ। ਮਹਾਰਾਜ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਧਰਮ ਦੀ ਚਾਦਰ ਹੈ। ਤੇ ਯਾਦ ਰੱਖਿਓ, ਭਾਈ ਗੁਰਦਾਸ ਸਾਹਿਬ ਕਹਿੰਦਾ ਚਾਦਰ ਸਾਧਨਾ ਨਾਲ ਬਣਦੀ ਹੈ, ਚਾਦਰ ਐਵੇਂ ਨਹੀਂ ਬਣ ਜਾਂਦੀ। ਜੈਸੇ ਤੋ ਕਪਾਸ ਰਾਸ ਦੇਸ ਨਾ ਉਸਾਸ ਕਾਢੇ, ਜਗਤ ਕੀ ਓਟ ਪਏ ਅੰਮ੍ਰਿਤ ਦੀ ਵਾਹੀ ਸੇ। ਕਹਿੰਦਾ ਐਵੇਂ ਥੋੜਾ ਚਾਦਰ ਬਣ ਜਾਂਦੀ। ਉਹਨਾਂ ਨੇ ਤੇ ਪੂਰੀ ਪੌੜੀ ਦਿੱਤੀ ਕਿ ਬੜੇਵਾ ਅਸੀਂ ਮਲ ਕੇ ਪਾਉਂਦੇ ਆ ਸਵਾਹ ਵਿੱਚ, ਧਰਤੀ ਤੋਂ ਨਿਕਲਦਾ ਹੈ, ਉਹਨੂੰ ਫੁੱਲ ਲੱਗਦੇ ਆ, ਉਹਨੂੰ ਫਿਰ ਡੋਂਡੂ ਲੱਗਦੇ ਆ, ਫਿਰ ਖਿੜਦਾ ਹੈ। ਖਿੜੀ ਕਪਾਹ ਨੂੰ ਅਸੀਂ ਚੁਣ ਕੇ ਲਿਆਉਂਦੇ ਆ, ਸੁੱਕਣੇ ਪਾਉਂਦੇ ਆ। ਸਾਨੂੰ ਪਤਾ ਹੈ ਸਾਡੇ ਘਰਾਂ 'ਚ ਹੁੰਦਾ ਰਿਹਾ, ਹੁਣ ਤੇ ਨਹੀਂ ਨਾ। ਫਿਰ ਝੰਬੜੀ ਨਾਲ ਬੀਬੀਆਂ ਤੂਲ ਦੀ ਨਾਲ ਝੰਬਦੀਆਂ ਸਨ। ਝੰਬਣ ਤੋਂ ਬਾਅਦ ਵੇਲਣੇ 'ਚ ਵੇਲਦੀਆਂ ਸਨ। ਵੇਲਣ ਤੋਂ ਬਾਅਦ ਰੂੰ ਪਿੰਨੀ 'ਚ ਪਿੰਨਿਆ ਜਾਂਦਾ ਹੈ। ਪਿੰਨਣ ਤੋਂ ਬਾਅਦ ਫਿਰ ਚਰਖੇ ਤੇ ਕੱਤਿਆ ਜਾਂਦਾ ਹੈ। ਕੱਤੇ ਜਾਣ ਤੋਂ ਬਾਅਦ ਖੱਡੀ ਵਿੱਚ ਤਾਣਾ ਲਾ ਕੇ ਤਾਣੇ ਪੇਟੇ ਨਾਲ ਬੁਣਿਆ ਜਾਂਦਾ ਹੈ। ਬੁਣਨ ਤੋਂ ਬਾਅਦ ਪਿਆਰਿਓ ਚਾਦਰ ਬਣਦੀ ਏ। ਇੰਨੀ ਕਮਾਈ ਤੋਂ ਬਾਅਦ ਜਦੋਂ ਚਾਦਰ ਬਣਦੀ, ਫਿਰ ਉਹਦੇ ਅੰਦਰ ਕੋਈ ਦਵੈਸ਼ ਨਹੀਂ ਰਹਿੰਦੀ। ਚਾਦਰ ਪਾਪੀ ਭਾਵੇਂ ਲੈ ਤੇ ਚਾਦਰ ਪੁੰਨੀ ਰਹੇ, ਦੋਨਾਂ ਦੀ ਪੱਤ ਰੱਖ ਦਿੰਦੀ ਹੈ। ਚਾਦਰ ਕਮਾਈਆਂ ਨਾਲ ਬਣਦੀ। ਗੁਰੂ ਤੇਗ ਬਹਾਦਰ, ਚਲੋ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ, ਪਰ ਸੈਨਾਪਤੀ ਜੀ ਨੇ ਕਿਹਾ ਨਹੀਂ, ਉਹ ਧਰਮ ਦੀ ਚਾਦਰ। ਪ੍ਰਗਟ ਪੈ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਹਿੰਦੁਸਤਾਨ ਦੀ ਕਿਹਾ, ਕਿਉਂਕਿ ਹਿੰਦੁਸਤਾਨ ਨੂੰ ਲੋੜ ਸੀ। ਤੇ ਮੈਂ ਅੱਜ ਵੀ ਕਹਾਂਗਾ, ਚਲੋ ਪਿਛਲੇ ਦਿਨੀ ਕਿਲੇ ਦੀ ਗੱਲ ਵੀ ਚੱਲੀ, ਨਿਸ਼ਾਨ ਦੀ ਵੀ ਚੱਲੀ। ਮੈਂ ਕਹਿੰਦਾ ਚਲੋ ਸਿੱਖਾਂ ਦੀ ਇਹਦਾ ਕਾਰਨ ਇੱਕ ਕੋਈ ਵੀ ਐਜੀਟੇਸ਼ਨ ਹੋਵੇਗੀ, ਇਹ ਕਿਉਂ ਇਹ ਫਿਰਕਾ ਪ੍ਰਸਤ ਨਹੀਂ, ਕਿਉਂਕਿ 84 ਵਾਲਾ ਜ਼ਖਮ ਇਹਨਾਂ ਨੂੰ ਕਦੀ ਭੁੱਲਣਾ ਨਹੀਂ। ਯਾਦ ਰੱਖਿਓ, ਇਹਨਾਂ ਦੀ ਪਾਬੰਦੀ ਸੀ ਮਨੋਵਿਗਿਆਨ ਇਹਨਾਂ ਦਾ। ਜਦੋਂ ਇਹਨਾਂ ਨੂੰ ਸੱਟ ਪੈਂਦੀ ਹੈ, ਭਾਵੇਂ ਉਹਨਾਂ ਦੀ ਪਹਿਲੀ ਪੀੜ੍ਹੀ ਜਾ ਚੁੱਕੀ, ਬੈਠੇ ਨੇ ਸੱਜਣ ਜਿਹੜੇ ਉੱਚ ਲਏ, ਯਾਦ ਰੱਖਿਓ ਉਹਨਾਂ ਦਾ ਉਬਾਲਾ 84 ਵਾਲਾ ਹੈ। ਉਹ ਲੱਭਦੇ ਨੇ ਕਦੀ ਮੌਕਾ ਨਿਕਲੇ, ਉਹ ਬਾਲਾ ਬਾਹਰ ਕੱਢ। ਅਸਲੀਅਤ ਤਾਂ ਇਹ ਹੈ ਨਾ, ਜੋ ਮਰਜ਼ੀ ਬਾਹਰੋਂ ਕਹੀ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ, ਉਹ ਇਹਨਾਂ ਦੇ ਸੀਨੇ 'ਚ ਗੁਰੂ ਤੇਗ ਬਹਾਦਰ ਦੇ ਪੋਤੇ ਚਮਕੌਰ ਦੀ ਗੜੀ 'ਚ ਸਰਹੰਦ ਦੀਆਂ ਨੀਆਂ ਸ਼ਹੀਦ ਹੋਏ। ਸਿੱਖ ਕਹਿੰਦੇ ਸਨ ਜੇ ਮਰਨਾ ਹੀ ਹੈ ਤੇ ਸਰਹੰਦ ਮੌਤ ਆਵੇ, ਕਿਉਂਕਿ ਉਹ ਜੀ ਮੌਤ ਕਦੀ ਨਸੀਬ ਨਹੀਂ। ਉਹ ਸਾਲ ਕਦੀ ਭੁੱਲ ਗਿਆ। ਮੈਂ ਫਿਰ ਕਹਾਂਗਾ, ਅੰਦੋਲਨਕਾਰੀ ਦ੍ਰਿੜ ਹੁੰਦੇ ਨੇ, ਦੰਗਾਕਾਰੀ ਕਮਜ਼ੋਰ ਤੇ ਬੁਝਦਿਲ ਹੁੰਦੇ ਆ। ਦੰਗਾਕਾਰੀ ਕਦੇ ਮੁਕਾਬਲਾ ਨਹੀਂ ਕਰ ਸਕਦਾ। ਦੰਗਈ ਜਿਹੜਾ ਯਾਦ ਰੱਖੋ ਅੱਗੇ ਖਲੋ ਜਾਏ, ਸਾਰੇ ਭੱਜ ਜਾਂਦੇ ਆ। ਸਿੱਖਾਂ ਦੇ ਅੰਦਰ ਉਹ ਸਾਲ ਨਹੀਂ ਭੁੱਲ ਸਕਦਾ 84, ਕਦੀ ਵੀ ਨਹੀਂ ਭੁੱਲ ਸਕਦਾ। ਕਦੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਿੱਖ ਭੁੱਲ ਜਾਏਗਾ, ਸਾਹਿਬਜ਼ਾਦਿਆਂ ਨੂੰ ਭੁੱਲ ਸਕੇਗਾ। ਮੈਂ ਆਪ ਨੂੰ ਸਿਰਫ ਇਹ ਬੇਨਤੀ ਕਰਾਂਗਾ ਕਿ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਹੈ। ਚਾਦਰ ਕਮਾਈ ਨਾਲ ਬਣਦੀ ਹੁੰਦੀ ਏ, ਭੋਰੇ 'ਚ ਬੈਠ ਕੇ ਚਾਦਰ ਤਿਆਰ ਹੋਈ। ਯਾਦ ਰੱਖਿਓ, ਵਿਸ਼ਵਾਨਾਥ ਤਿਵਾੜੀ ਨੇ ਕਿਤਾਬ ਲਿਖੀ ਸੀ ਸਿਮਰਨ ਤੋਂ ਸ਼ਹਾਦਤ। ਇਹ ਸਿਮਰਨ ਤੋਂ ਚਾਦਰ ਸ਼ੁਰੂ ਹੋਈ ਤੇ ਇਹ ਚਾਦਰ ਇੰਨੀ ਕੁ ਵੱਡੀ ਹੈ, ਇਹਨੂੰ ਸਾਡੇ ਲੋਕਾਂ ਕਹਿ ਦਿੱਤਾ ਹਿੰਦ ਦੀ ਚਾਦਰ। ਪਰ ਉੱਥੇ ਸੈਨਾਪਤ ਕਵੀ ਨੇ ਕਿਹਾ ਹਿੰਦ ਦੀ ਚਾਦਰ ਮਤ ਬੋਲੋ, ਕਿਉਂਕਿ ਜਿਹੜਾ ਦੂਜਾ ਦੇਸ਼ ਉਹ ਕਹੇਗਾ ਮੇਰੀ ਚਾਦਰ ਨਹੀਂ, ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ। ਇਹਦੇ ਥੱਲੇ ਮੁਸਲਮਾਨ ਵੀ ਆਏ,
ਇਹਦੇ ਥੱਲੇ ਸਿੱਖ ਵੀ ਆਏ, ਇਹਦੇ ਥੱਲੇ ਹਿੰਦੂ ਵੀ ਆਏ, ਕੋਈ ਵੀ ਆਵੇ, ਪ੍ਰਗਟ ਪੈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ। ਉਹ ਸਾਖੀ ਨੂੰ ਗੁਰੂ ਸਾਹਿਬ ਨੇ ਕੀਤਾ, ਉਹਨਾਂ ਦੇ ਅੰਦਰ ਕੋਈ ਮੌਤ ਦਾ ਭੈ ਨਹੀਂ। ਮੈਂ ਸਮਾਪਤੀ ਕਰਨ ਲੱਗਾ, ਕੋਈ ਭੈ ਨਹੀਂ। ਮੈਂ ਕਥਾ ਕਰ ਰਿਹਾ, ਮੇਰੇ ਅੰਦਰ ਹੈ। ਕਿਹੜਾ ਬੰਦਾ ਜਿਹਦੇ ਚ ਨਹੀਂ? ਮੈਂ ਤਾਂ ਕਹਿੰਦਾ ਨਿਆਣਾ ਜੰਮਦਾ ਤੇ ਸਾਰੇ ਜਿੰਨੇ ਵਧਾਈਆਂ ਦੇਣ ਹੁੰਦੇ ਨੇ, ਮੌਤ ਤੋਂ ਡਰਦੇ ਦੇਣ ਹੁੰਦੇ। ਸਾਰੇ ਨਾਲੇ ਰੁਪਈਏ ਪੜਾਂਗੇ, ਨਾਲੇ ਰੱਬ ਤੇਰੇ ਬੱਚੇ ਦੀ ਲੰਮੀ ਉਮਰ ਕਰੇ। ਉਹ ਅਸਲ ਚ ਡਰਦੇ ਨੇ ਛੇਤੀ ਮਾਰਨਾ ਜਾਏ। ਸ਼ਬਦਾਂ ਦੀ ਇਹ ਰੱਬ ਨਹੀਂ ਨਾ ਵੀ ਐਵੇਂ ਕਹਿਤਾ ਤੁਹਾਡੇ ਘਰ ਮੁੰਡਾ ਆਇਆ, ਚਲੋ ਅਸੀਂ ਮਰੇਗਾ ਨਹੀਂ ਛੇਤੀ, ਅਗਲੇ ਨੇ ਜੁੱਤੀ ਪਾ ਲੈਣੀ। ਉਹ ਇੱਕੋ ਕਹਿਣ ਕਿ ਤੇਰੀ ਲੰਮੀ ਉਮਰ ਹੋਵੇ, ਦਾ ਮਤਲਬ ਇਹ ਮਰੇ ਨਾ ਛੇਤੀ, ਲੰਮੀ ਉਮਰ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਨੇ ਸਾਡੇ ਤੇ ਬੜੀ ਬਖਸ਼ਿਸ਼ ਕੀਤੀ। ਉਹਨਾਂ ਦੀਆਂ ਥਾਵਾਂ, ਉਹਨਾਂ ਦੀਆਂ ਰਹਿਮਤਾਂ, ਇੱਥੋਂ ਤੱਕ ਮੈਂ ਕਹਿੰਦਾ ਸਿੱਖ ਨੇ ਗੁੱਸੇ ਚ ਆ ਕੇ ਬੇਰ ਦਿੱਤਾ, ਗੁਰੂ ਤੇਗ ਬਹਾਦਰ ਨੇ ਉਹ ਸਾਂਭ ਲਿਆ। ਤੁਹਾਨੂੰ ਪਤਾ ਨਾ ਸਸਰਾਮ ਚਾਚਾ ਫੱਗੂ ਜਦੋਂ ਕਾਰ ਸੇਵਾ ਲੈਣ ਜਾਂਦਾ ਹੈ, ਮੈਂ ਸੰਖੇਪ ਵਿੱਚ ਦੱਸਾਂ, ਤੇ ਉਹ ਇੱਕ ਘਰ ਗਿਆ ਸੇਵਾ ਲੈਣ, ਤੇ ਉੱਥੇ ਬੀਬੀ ਝਾੜੂ ਲਾ ਰਹੀ ਸੀ। ਉਹਨੇ ਕਿਹਾ ਕਿ ਮੈਨੂੰ ਸੇਵਾ ਦਿਓ, ਮੈਂ ਲੈਣ ਆਇਆ। ਉਹ ਗੁੱਸੇ ਸੀ, ਕਹਿੰਦੀ ਸਿੱਖ ਘਰ ਨਹੀਂ। ਫਿਰ ਕਹਿੰਦਾ ਫਿਰ ਮੈਂ ਦੁਬਾਰਾ ਕਦੋਂ ਆਵਾਂਗਾ, ਹੁਣੀ ਤੇਰੇ ਤੇ ਜੋ ਹੈ। ਉਹਨੇ ਜਿੰਨਾ ਕੂੜਾ ਇਕੱਠਾ ਕੀਤਾ ਸੀ, ਕਹਿੰਦੀ ਕਰ ਝੋਲੀ, ਆ ਫੜ ਗੁਰੂ ਲਈ ਲੈ। ਉਹਨੇ ਕਿਹਾ ਬੀਬੀ ਇਹਦੇ ਚ ਭਾਗ ਲੱਗ ਜਾਣੇ। ਉਹ ਘਰ ਬੰਨ ਕੇ ਲੈ ਗਿਆ ਜੀ ਮਿੱਟੀ। ਮੈਂ ਤੇ ਪਟਨਾ ਸਾਹਿਬ ਗਿਆ, ਉਹ ਸੰਗਤ ਆਈ ਸਸਰਾਮ ਤੋਂ, ਉਹਨਾਂ ਨੂੰ ਬੇਰੀ ਦੇ ਦਿੱਤੇ। ਉਸ ਬੇਰੀ ਦੇ ਉਹ ਲੈ ਗਏ ਮਹਾਰਾਜ। ਉਹਨਾਂ ਨੇ ਮਿੱਟੀ ਜਾ ਕੇ ਭਾਈ ਸਾਹਿਬ ਨੇ ਚੰਗੀ ਤਰ੍ਹਾਂ ਛਾਣੀ, ਧੋਤੀ ਵਿੱਚੋਂ ਬੇਰ ਦੀ ਗਿੱਟਕ ਨਿਕਲ ਆਈ। ਕਹਿੰਦਾ ਇਹਦੇ ਨਾਲ ਭਲਾ ਹੋ ਜਾਏਗਾ। ਗਿੱਟਕ ਦੱਬ ਦਿੱਤੀ, ਬੇਰ ਹੋ ਗਈ, ਬੇਰ ਲੱਗਣ ਲੱਗ ਪਏ। ਮਹਾਰਾਜ ਕਈ ਸਮੇਂ ਬਾਅਦ ਉਹਦੇ ਘਰ ਗਏ। ਉਹਨੇ ਸਾਰੇ ਇਲਾਕੇ ਦੀ ਭੇਟਾ, ਇਹਨੇ ਕੱਪੜਾ ਦਿੱਤਾ, ਇਹਨੇ ਪੈਸੇ ਦਿੱਤੇ, ਇਸ ਥਾਂ ਤੇ ਮੈਂ ਲਾਏ। ਯਾਦ ਰੱਖੋ, ਜਦੋਂ ਬੰਦਾ ਇਮਾਨਦਾਰੀ ਨਾਲ ਗੁਰੂ ਦੀ ਸੰਗਤ ਦੀ ਮਾਇਆ ਨੂੰ ਖਰਚਣ ਲੱਗ ਪਏ ਤੇ ਕਦੀ ਟੋਟਾ ਨਹੀਂ ਹੁੰਦਾ। ਜਦੋਂ ਢਿੱਡੋਂ ਬੇਈਮਾਨ ਹੋ ਕੇ ਘਰ ਲਈ ਖਰਚਣ ਲੱਗ ਪਏ ਤੇ ਕਦੀ ਵਾਧਾ ਨਹੀਂ ਹੁੰਦਾ। ਇਹ ਜਿੰਨਾ ਸਾਨੂੰ ਪ੍ਰਮਾਤਮਾ ਪਿੱਛੇ ਜਿਹੜਾ ਟੀਵੀ ਵਾਲਾ ਰੌਲਾ ਪਾਈ ਜਾਂਦਾ, ਮੈਨੂੰ ਕਿਸ ਨਾਲ ਵੀ ਸਿੱਖੀ ਕਿਉਂ, ਯਹੀ ਕਿਉਂ, ਉਹ ਯਹਾਂ ਕੈਸਾ ਪੈਸਾ ਕਹਾਂ ਸੇ, ਕੋਈ ਇਹਨਾਂ ਨੂੰ ਪਤਾ ਹੀ ਕੋਈ ਨਹੀਂ। ਇਹ ਆਪਣਾ ਘਰ ਬਾਅਦ ਚ ਬਣਾਉਂਦੇ ਨੇ, ਪਹਿਲਾਂ ਪ੍ਰਦੇਸ਼ ਜਾ ਕੇ ਗੁਰੂ ਦਾ ਘਰ ਬਣਾਉਂਦੇ। ਆਪਣੇ ਘਰ ਦੇ ਭਾਂਡੇ ਬਾਅਦ ਚ ਖਰੀਦਦੇ ਆ, ਪਹਿਲਾਂ ਲੰਗਰ ਦੇ ਭਾਂਡੇ ਖਰੀਦਦੇ ਆ। ਹੁਣ ਇਹਨਾਂ ਨੂੰ ਰੂਹਾਨੀ ਗੱਲ ਦੀ ਸਮਝ ਨਹੀਂ। ਸਾਡੇ ਵੀ ਨਾ ਲਾਲ ਕਿਲਾ, ਮੈਂ ਕਹਿੰਦਾ ਐਵੇਂ ਕਿਉਂ ਕਮਲ ਮਾਰੀ ਜਾਂਦੇ ਹੋ? ਠੀਕ ਹੈ, ਤੁਹਾਡੀ ਅਣਖ ਹੈ। ਇਹ ਕਿਲਾ ਕੈਦੀਆਂ ਨੇ ਬਣਾਇਆ ਹੈ, ਇਹ ਜ਼ਾਲਮ ਬਾਦਸ਼ਾਹ ਨੇ ਬਣਾਇਆ ਹੈ। ਤੁਸੀਂ ਯਾਦ ਰੱਖਿਓ, ਇਹਦੇ ਝੰਡੇ ਕਦੇ ਤੁਸੀਂ ਲਾ ਦਿਓਗੇ, ਅਗਲੇ ਲਾ ਕੇ ਤਿਰੰਗਾ ਲਾ ਦਿਆ। ਕੋਈ ਮਾਈ ਦਾ ਜੰਮਿਆ ਹੋਵੇ ਲਾਲ ਚਾਂਦਨੀ ਚੌਕ ਦਾ ਝੰਡਾ ਲਾ ਕੇ, ਉਹ ਸੱਚ ਦਾ ਹੈ। ਮੈਂ ਹੋਰ ਤਰੀਕੇ ਨਾਲ ਸੋਚਣਾ, ਆਪੋ ਆਪਣੀ ਸੋਚ, ਕਿਉਂਕਿ ਇਹ ਝੰਡਾ ਬਦਲਦਾ ਹੈ, ਇਹ ਜੁੱਤੀਆਂ ਨਾਲ ਚੱਲਦਾ ਹੈ। ਪਰ ਜਿਹੜਾ ਉਹ ਝੰਡਾ ਹੈ ਨਾ, ਉਹਦੇ ਥੱਲੇ ਗੁਰੂ ਤੇਗ ਬਹਾਦਰ ਦਾ ਸਿਰ, ਉਹ ਸਿਰ ਵਿੱਚ ਗੱਡਿਆ ਹੋਇਆ ਪੌੜ ਹੈ। ਉਹ ਥੱਲੇ ਗੱਡਿਆ, ਥੱਲੇ ਗੁਰੂ ਤੇਗ ਬਹਾਦਰ ਦਾ ਸਿਰ ਪਿਆ। ਉਹ ਝੰਡਾ, ਉਹ ਨਿਸ਼ਾਨ ਕਦੀ ਖਤਮ ਨਹੀਂ ਹੋ ਸਕਦਾ। ਜਿੱਥੇ ਜਾਏਗਾ ਉਹਨੇ ਜਾਣਾ ਹੈ। ਮੈਂ ਆਪ ਨੂੰ ਸਿਰਫ ਇੱਕੋ ਬੇਨਤੀ ਕਿ ਉਹਨਾਂ ਨੇ ਧਰਮ ਦੀ ਪਾਤ ਰੱਖੀ ਤੇ ਕਿੰਨੀ ਕਿਰਪਾ ਕੀਤੀ। ਉਹਨਾਂ ਨੇ ਬੇਰ ਦੱਬ ਦਿੱਤੇ। ਮਹਾਰਾਜ ਕਹੇ ਉਹਨੇ ਸਾਰੀਆਂ ਭੇਟਾਂ ਦਿੱਤੀਆਂ ਤੇ ਸਤਿਗੁਰੂ ਨੂੰ ਕਹਿੰਦਾ, ਮਹਾਰਾਜ ਲੋਕੀ ਭੇਟਾਂ ਵੀ ਬੋਲਦੇ ਸਨ। ਮਹਾਰਾਜ ਕਹਿੰਦੇ ਦੇਖ ਤੂੰ ਭੇਟਾ ਸਾਡੀ ਲੁਕਾ ਨਾ। ਉਹ ਸੋਚੀ ਪੈ ਗਿਆ, ਇੰਨਾ ਇਮਾਨਦਾਰ ਬੰਦਾ, ਕਹਿੰਦਾ ਮਹਾਰਾਜ ਮੈਂ ਕੁਝ ਨਹੀਂ ਲੁਕਾਇਆ। ਕਹਿਣ ਲੱਗੇ ਉਹ ਬੇਰੀ ਨੂੰ ਜਿਹੜੇ ਬੇਰ ਲੱਗੇ ਨੇ ਉਹ ਵੀ ਮੇਰੇ। ਉਹਨੇ ਚਰਨ ਫੜ ਲਿਆ ਮਹਾਰਾਜ, ਰੋ ਪਿਆ। ਹਜ਼ੂਰ ਕਹਿੰਦੇ ਦੱਸ ਸੰਗਤ ਨੂੰ। ਕਹਿੰਦਾ ਮਹਾਰਾਜ ਮੈਂ ਮੰਗਣ ਗਿਆ, ਮੇਰੀ ਝੋਲੀ ਚ ਮਿੱਟੀ ਪਾਈ। ਸਤਿਗੁਰੂ ਕਹਿੰਦੇ ਨੇ ਸਿੱਖ ਮੇਰਾ ਹੈ, ਤੂੰ ਮਿੱਟੀ ਦੀ ਸਾਂਭ ਲਈ, ਉਹਦਾ ਮਿੱਟੀ ਨਾਲ ਵੀ ਭਲਾ ਹੋ ਜਾਣਾ। ਗੁਰੂ ਤੇਗ ਬਹਾਦਰ ਸਾਹਿਬ ਐਸੇ ਨੇ। ਅਗਲੀ ਗੱਲ, ਉਹਨਾਂ ਅੰਦਰ ਮੌਤ ਦਾ ਕੋਈ ਭੈ ਨਹੀਂ। ਅਖੀਰ ਤੇ ਜਿਹੜਾ ਮੈਂ ਸ਼ਬਦ ਕੋਲਾ ਲੈ ਕੇ ਹਵੇਲੀ ਚ ਲਿਖੇ ਨਾ, ਉਹ ਸ਼ਲੋਕ ਲਿਖਿਆ। ਜਦੋਂ 4-3 ਸਿੱਖ ਸ਼ਹੀਦ ਕਰ ਦਿੱਤੇ ਇੱਕ ਦਿਨ ਪਹਿਲਾਂ, ਤੇ ਜੰਮ ਕੋ ਤਰਾਸ ਪਇਓ, ਉਹ ਅੰਦਰੋਂ ਸਾਨੂੰ ਸਮਝਾਉਂਦੇ ਪਏ, ਉਹਨੂੰ ਕੋਈ ਡਰ ਨਹੀਂ। ਉਹਨਾਂ ਦੀ ਸਵਾਲ ਹੀ 3 ਸਨ, ਮੁਸਲਮਾਨ, ਕਰਾਮਾਤ, ਮੌਤ। ਚਲੋ ਕੱਲ ਭਾਈ ਸਾਹਿਬ ਢਾਡੀ ਸਾਹਿਬ ਬੜਾ ਡਿਟੇਲ ਕੀਤੀ ਇਹਦੀ। ਗੁਰੂ ਸਾਹਿਬ ਨੇ
ਦੇਖੋ ਕਿੰਨੀ ਕਿਰਪਾ ਕੀਤੀ। ਮੈਂ ਉਸ ਦਿਨ ਕਿਹਾ ਜਿਸ ਦਿਨ ਜਨਮ ਹੋਇਆ ਉਸ ਦਿਨ ਪਿਤਾ ਨੇ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਨੇ, ਹੁਣ ਤੁਸੀਂ ਜਦੋਂ ਅੰਮ੍ਰਿਤਸਰ ਜਾਣਾ ਹੈ ਕਿ ਗੁਰੂ ਕੇ ਮਹਿਲ ਜ਼ਰੂਰ ਮੱਥਾ ਟੇਕ ਕੇ ਆਇਓ। ਉਹ ਮਹਾਰਾਜ ਦਾ ਜਨਮ ਸਥਾਨ ਹੈ। 52 ਸਾਲ ਗੁਰੂ ਜੋਤ ਉੱਥੇ ਰਹੀ ਉਸ ਘਰ 'ਚ। ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ। ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਬਿਧੀ ਚੰਦ, ਇਹ ਮੇਰਾ ਪੁੱਤਰ ਦੀਨ ਰਕਸ਼ਕ ਸੰਕਟ ਹਰਨ ਹੋਵੇਗਾ, ਇਹ ਮੁਸੀਬਤਾਂ ਕੱਟੇਗਾ। ਸਾਰੀ ਬਾਣੀ ਸਾਹਿਬ ਦੀ ਪੜ੍ਹਦੇ ਆ ਜਦੋਂ ਕਿਹਾ ਮੌਤ ਬਾਰੇ ਕਿ ਤੁਸੀਂ ਮੌਤ ਤੇ ਮਹਾਰਾਜ ਆਸਵੇ ਕਹਿਣ ਲੱਗੇ, ਕੱਲ ਜਿਨ੍ਹਾਂ ਤਿੰਨਾਂ ਨੂੰ ਤੁਸੀਂ ਕੋਹ ਕੇ ਸ਼ਹੀਦ ਕੀਤਾ ਉਹ ਮੇਰੇ ਸਿੱਖ ਨੇ, ਤੇ ਤੁਸੀਂ ਕਿੰਨੀ ਬੇਵਕੂਫੀ ਕਰ ਰਹੇ। ਜਿਹਦੇ ਸਿੱਖ ਸੜ ਸਕਦੇ ਨੇ, ਚੀਰੇ ਜਾ ਸਕਦੇ ਨੇ, ਉਬਲ ਸਕਦੇ ਨੇ, ਉਸ ਗੁਰੂ ਤੋਂ ਆਸ ਰੱਖਦੇ ਹੋ ਵੀ ਉਹ ਮੌਤ ਸੁਣ ਕੇ ਬਦਲ ਜਾਏਗਾ। ਨਾਲੇ ਮੈਂ ਸਾਰੀ ਜ਼ਿੰਦਗੀ ਲੋਕਾਂ ਨੂੰ ਮੌਤ ਦੇ ਭੈ ਤੋਂ ਮੁਕਤ ਕੀਤਾ ਹੈ, ਤੁਸੀਂ ਮੈਨੂੰ ਕਿਉਂ ਡਰਾਉਂਦੇ ਹੋ? ਮੈਂ ਤੇ ਦੁਨੀਆ ਨੂੰ ਦੱਸਦਾ ਹਾਂ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਛਾੜ ਸਗਲ ਜੰਜਾਲ। ਰਾਮ ਗਇਓ ਜਾ ਕੋ ਬਹੁ ਪਰਵਾਰ, ਕਉ ਨਾਨਕ ਤਿਰ ਖਚ ਨਹੀਂ ਸੁਪਨੇ ਜਿਉ ਸੰਸਾਰ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਸਤਬੀਰ ਸਿੰਘ ਕਹਿੰਦੇ ਆ, ਸ਼ਹਾਦਤ ਤੋਂ ਇੱਕ ਰਾਤ ਪਹਿਲਾਂ ਜਦੋਂ ਬਾਹਰ ਕੱਢੇ ਪਿੰਜਰੇ ਚੋਂ, ਕੋਲਾ ਲਿਆਉਣੇ ਤੇ ਕੋਲਾ ਲੈ ਕੇ ਕੋਤਵਾਲੀ ਦੀ ਕੰਧ ਉੱਤੇ ਲਿਖ ਦਿੱਤਾ, ਸੰਦੇਸ਼ ਦੇ ਦਿੱਤਾ, ਮੈਂ ਮਰਨਾ ਨਹੀਂ। ਉਹ ਸ਼ਲੋਕ ਲਿਖਿਆ, ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਇਹ ਲਿਖਿਆ 4 ਗੱਲਾਂ। ਨਾਮ ਰਹੇਗਾ, ਜਪਣ ਵਾਲਾ ਸਾਧੂ ਰਹੇਗਾ, ਗੁਰੂ ਰਹੇਗਾ, ਪਰਮਾਤਮਾ ਦਾ ਨਾਮ ਰਹੇਗਾ, ਪਰ ਜਿਹੜਾ ਜਪੇਗਾ ਉਹ ਟਾਵਾਂ ਟਾਵਾਂ ਹੋਵੇਗਾ। ਨਾਮ ਰਹੋ ਸਾਧੂ ਰਹਿਓ ਗੁਰੂ ਗੋਬਿੰਦ, ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਅਖੀਰਲਾ ਸ਼ਲੋਕ ਮੈਂ ਸਮਾਪਤੀ ਕਰਨ ਲੱਗਾ, ਸੰਕਟ ਹਰਨ ਹੈ। ਉਹ ਸੰਕਟ ਹਰਨ ਹੈ ਰਾਮ ਨਾਮ ਉਰ ਮੈਂ ਗਏ ਹੋ। ਮੈਂ ਇੱਕ ਵਾਰ ਕਿਹਾ ਸੀ, ਗੁਰੂ ਤੇਗ ਬਹਾਦਰ ਤਿਆਗ ਤੋਂ ਗੱਲ ਸ਼ੁਰੂ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਚ, ਤੇ ਪਕੜਨ ਤੇ ਗੱਲ ਮੁਕਾਉਂਦੇ। ਪਹਿਲਾ ਹੈ ਸਾਧੂ ਮਨ ਕਾ ਮਾਨ ਤਿਆਗੋ। ਪਹਿਲਾ ਸ਼ਬਦ ਹੈ ਮਾਨ ਨੂੰ ਤਿਆਗ ਦਿਓ, ਨਾਮ ਨੂੰ ਘੁੱਟ ਕੇ ਪਕੜ ਲਓ। ਰਾਮ ਨਾਮ ਉਰ ਮੈਂ ਗਇਓ, ਜਾ ਕੇ ਜਿਸ ਦੇ ਬਰਾਬਰ ਕੁਛ ਨਹੀਂ, ਜਾ ਕੇ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਐਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਦਾ ਆਗਮਨ ਦਿਹਾੜਾ ਹੈ। ਅਸੀਂ ਇਹ ਦੀਵਾਨ ਸਮਰਪਿਤ ਕੀਤੇ ਨੇ ਉਹਨਾਂ ਨੂੰ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇ ਮੇਰੇ ਵੀਰ ਭਾਈ ਗੁਰਬਾਜ ਸਿੰਘ ਗੁਸ਼ਨ ਇੱਕ ਕਵਿਤਾ ਕਹਿਣੀ, ਭਮੱਦੀ ਸਾਹਿਬ ਆ ਗਏ ਆ ਤੇ ਸਮਾਂ ਇਹਨਾਂ ਦਾ ਖੁੱਲ੍ਹਾ, ਜਿੰਨਾ ਮਰਜ਼ੀ ਤੁਸੀਂ ਲਾਇਓ। ਤੇ ਕੱਲ ਹੀ ਮੈਂ ਕਿਹਾ ਸਾਡੇ ਵੀਰ ਸਾਰੇ, ਮੈਂ ਸਾਨੀ ਸਾਹਿਬ ਆਏ, ਮੈਂ ਕਿਹਾ ਜਿਹੜੇ ਬੰਦੇ ਬੈਠੇ ਨਾ ਸਵੇਰ ਦੇ ਬੈਠੇ ਜੇ, ਇਹਨਾਂ ਨੇ ਪ੍ਰਸ਼ਾਦਾ ਪਾਣੀ ਛਕਣਾ ਫਿਰ ਇੱਥੇ। ਤੇ ਮੈਂ ਕੱਲ ਵੀ ਕਿਹਾ ਸੀ ਇਹਨਾਂ ਦੀਆਂ ਪੱਗਾਂ ਲੱਗਦੀਆਂ ਵੇਖ ਕੇ ਨਾ ਸੋਚੋ ਇਹ ਇੰਟਰਵਿਊ ਪੂਰੀ ਲਈ ਆ, ਕਿਹੜਾ ਬੰਦਾ ਕੀ ਬੋਲਦਾ। ਕੱਲ ਬਲਦੇਵ ਸਿੰਘ ਹੁਣੀ ਬਹੁਤ ਸੋਹਣਾ ਬੋਲੇ, ਤੁਸੀਂ ਜਗਦੇਵ ਸਿੰਘ ਤੁਹਾਡੇ ਸ਼ਾਗਿਰਦ ਨੇ, ਸੰਗਤ ਨੇ ਬਹੁਤ ਉਹਨਾਂ ਨੂੰ ਸਲਾਹਿਆ। ਇਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਨੇ, ਤੇ ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਸੇਵਾ ਕੀਤੀ ਹੈ, ਤੁਹਾਡਾ ਰੋਮ ਰੋਮ ਕਰਕੇ ਧੰਨਵਾਦ, ਬਹੁਤ ਧੰਨਵਾਦ। ਔਰ ਖਾਸ ਕਰਕੇ ਚਲੋ ਮੈਂ ਕਦੇ ਅਨਾਉਂਸ ਤੇ ਨਹੀਂ ਕੀਤਾ, ਐਤਕੀ ਭਾਈ ਹਰਪਾਲ ਸਿੰਘ ਕਹਿਲਗਿਰੀ ਉਹਨਾਂ ਨੇ ਕਿਹਾ ਸੀ ਵੀ ਜਥਿਆਂ ਦੀ ਸੇਵਾ ਮੇਰੇ ਵੱਲੋਂ, ਤੇ ਤਕਰੀਬਨ 2 ਲੱਖ ਸਾਲ ਸੇਵਾ ਉਹਨਾਂ ਨੇ ਭੇਜੀ ਹੈ। ਐਤਕੀ ਕਮੀ ਕੋਈ ਨਹੀਂ, ਪਰਮਾਤਮਾ ਦਾ ਦਿੱਤਾ ਹੈ। ਬਸ ਮੈਂ ਉਹਨਾਂ ਦੀ ਹਾਜ਼ਰੀ ਜ਼ਰੂਰ ਲਵਾ ਦਿਆਂ, ਕਿਉਂਕਿ ਇਹ ਨਾ ਕੋਈ ਸੋਚੇ ਭਾਈ ਸਾਹਿਬ ਆਪਣੇ ਕੋਲ ਦਿੰਦੇ, ਜਿਹੜੇ ਬੰਦੇ ਦੀ ਸੇਵਾ ਕੀਤੀ ਉਹਦਾ ਨਾਮ ਲੈਣਾ ਚਾਹੀਦਾ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤ ਦਾ ਵੀ। ਹੁਣ ਮੈਂ ਭਾਈ ਗੁਰਬਖਸ਼ ਸਿੰਘ ਜੀ, ਗੁਰਬਾਜ ਸਿੰਘ ਜੀ, ਆ ਜਾਓ ਤੁਸੀਂ, ਆਪਾਂ ਸਮਾਂ ਬਚਾਉਣਾ ਹੈ। ਇੱਕ ਕਵਿਤਾ ਪੜ੍ਹਨਗੇ ਭਾਈ ਸਾਹਿਬ ਭਮੱਦੀ ਸਾਹਿਬ, ਤੁਸੀਂ ਉੱਤੇ ਆ ਜਾਓ, ਆਪਣਾ ਸ਼ੁਰੂਆਤ ਕਰਨੇ ਆ। ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਬਾਬਾ ਕਸ਼ਮੀਰ ਸਿੰਘ ਜੀ, ਆਪ ਜੀ ਦਾ ਬਹੁਤ ਧੰਨਵਾਦ, ਬੜੀ ਕਿਰਪਾ ਕਰਦੇ ਹੋ। ਤੇ ਇਹ ਸਰਪੌਲ ਲੈ ਕੇ ਆਇਆ ਜੀ ਬੇਨਤੀ। ਤੇ ਆਓ ਅਗਲਾ